ਅੱਜ ਸਾਡੇ ਨਾਲ ਜੁੜੇ ਨੇ ਨਿਸਾਰ ਮਯੂਦੀਨ ਖਾਨ ਸਾਹਿਬ। ਸ਼ਹਿਰ ਲਾਹੌਰ ਦਾ ਇੱਕ ਕਲਚਰ ਹੈ ਕਿ ਲੋਕੀ ਗਲੀਆਂ ਮੁਹੱਲਿਆਂ ਦੇ ਥੜਿਆਂ ਦੇ ਉੱਤੇ ਬੈਠ ਜਾਂਦੇ ਸਨ ਜੀ। ਲਾਹੌਰ 'ਚ ਕੁਲਚੇ ਖਾਣ ਦਾ ਵੀ ਬੜਾ ਰਿਵਾਜ ਹੈ। ਮੋਚੀ ਦਰਵਾਜ਼ਾ ਤੁਹਾਡੇ ਨਾਲ ਹੈ, ਉੱਥੇ ਇੰਨੇ ਜਲਸੇ ਜਲੂਸ ਹੁੰਦੇ ਨੇ। ਫਾਤਮਾ ਜਨਾਹ ਦਾ ਇਲੈਕਸ਼ਨ ਜਿਹੜਾ ਨਾ ਜੀ ਬੜਾ ਇੰਟਰਸਟਿੰਗ ਹੈ। ਤੇ ਥੋੜੀ ਜੀ ਮਿਊਜ਼ਿਕ ਦੀ ਗੱਲ ਕਰਨੀ ਹੈ। ਫਿਲਮ ਤੇ ਜਾਣਾ ਜਿਹੜਾ ਨਾ ਜੀ ਇੱਕ ਇਵੈਂਟ ਹੁੰਦਾ ਸੀ। ਫਿਰ ਬੁੱਢੀਆਂ ਵਾਲੇ ਮੂੰਹ ਕਰਕੇ ਹੁਣ ਬੀਬੀਆਂ ਦੇਣਗੀਆਂ ਚੰਦਾ। ਟੀਵੀ ਪੰਜਾਬੀ ਦੁਨੀਆ ਵੱਲੋਂ ਸਾਡੇ ਸੁਣਨਹਾਰਾਂ ਤੇ ਵੇਖਣਹਾਰਾਂ ਨੂੰ ਜੀ ਆਇਆਂ। ਦੋਸਤੋ ਸਾਥੀਓ, 2,500-3 ਹਜ਼ਾਰ ਸਾਲ ਪੁਰਾਣੀ ਤਾਰੀਖ ਹੈ ਲਾਹੌਰ ਸ਼ਹਿਰ ਦੀ। ਦੁਨੀਆ ਦੇ ਵੱਡੇ ਸ਼ਹਿਰਾਂ ਵਿੱਚੋਂ ਹੈ। ਦਰਿਆਵਾਂ ਉੱਤੇ ਸ਼ਹਿਰ ਆਬਾਦ ਹੋਏ, ਜਿਵੇਂ ਨੀਲ ਉੱਤੇ ਸ਼ਹਿਰ ਆਬਾਦ ਹੋਇਆ, ਇੰਝੇ ਲਾਹੌਰ ਵੀ ਰਾਵੀ ਕੰਢੇ ਆਬਾਦ ਹੋਇਆ। ਕੰਢੇ ਕੀ ਆਬਾਦ ਹੋਇਆ? ਰਾਵੀ ਲਾਹੌਰ ਸ਼ਹਿਰ ਦੇ ਵਿਚਕਾਰ ਟੁਰਦਾ ਹੈ ਤੇ ਦੋਵੇਂ ਪਾਸੇ ਲਾਹੌਰ ਸ਼ਹਿਰ ਆਈ। 17ਵੀਂ ਸਦੀ ਵਿੱਚ ਮਿਲਟਨ ਨੇ ਪੈਰਾਡਾਈਜ਼ ਲੋਸਟ ਲਿਖੀ ਤੇ ਪੈਰਾਡਾਈਜ਼ ਲੋਸਟ ਵਿੱਚ ਜਦੋਂ ਉਹਨੇ ਪਹਾੜੀ ਤੋਂ ਆਦਮ ਨੂੰ ਸ਼ਹਿਰ ਵਿਖਾਏ ਤੇ ਉਹਨਾਂ ਦੇ ਵਿੱਚ ਲਾਹੌਰ ਸ਼ਹਿਰ ਦਾ ਜ਼ਿਕਰ ਵੀ ਕੀਤਾ। ਬਾਲਜ਼ਾਕ ਨੇ ਵੀ ਆਪਣੀ ਲਿਖਤ ਵਿੱਚ ਲਾਹੌਰ ਨੂੰ ਖੁਸ਼ਬੂਆਂ ਦਾ ਸ਼ਹਿਰ ਆਖਿਆ ਹੈ। ਕੁੱਲ ਪੰਜਾਬ ਦੀ ਵਸਤ ਇੱਥੇ ਬਣਦੀ ਹੈ ਤੇ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਉਹਦਾ ਪਸਾਰਾ ਪਸਰ ਜਾਂਦਾ ਹੈ। ਅਸਲ ਸ਼ਹਿਰ ਦਰਵਾਜ਼ਿਆਂ ਵਿੱਚ ਹੈ ਕਿ ਆਲ ਦੁਆਲੇ ਕੱਚੀ ਫਸੀਲ ਆਈ, ਜਿਹਨੂੰ ਕੱਚਾ ਕੋਟ ਵੀ ਆਖਿਆ ਜਾਂਦਾ ਹੈ। ਇਸ ਫਸੀਲ ਦੀਆਂ ਬਾਕੀਆਤ ਹਾਲੇ ਵੀ ਮੌਜੂਦ ਹਨ। ਹੁਣ ਵੀ ਅਸੀਂ ਉਹਨੂੰ ਹਾਲੇ ਮਾੜਾ ਮਾੜਾ ਟਰੇਸ ਕਰ ਸਕਦੇ ਹਾਂ। ਕੋਈ ਐਸਾ ਕਸਬ ਨਾ ਆਈ ਕਿ ਜਿਹਦੇ ਕਰਨ ਵਾਲੇ ਇੱਥੇ ਨਾ ਰਹਿੰਦੇ ਹੋਵਣ। ਜਿਵੇਂ ਤੇ ਗਲੀਆਂ ਮਹੱਲੇ ਸਾਰੇ ਉਹਨਾਂ ਥਾਵਾਂ ਦੇ ਨਾਲ, ਉਹਨਾਂ ਪੇਸ਼ਿਆਂ ਦੇ ਨਾਲ ਮਨਸੂਬ ਹਨ। ਜਿਸ ਤਰ੍ਹਾਂ ਮਹੱਲਾ ਪਟੋਲੀਆਂ, ਮਹੱਲਾ ਤੀਰਗਰਾਂ, ਰੇਸ਼ਮ ਬਣਾਉਣ ਵਾਲੇ, ਨੀਲ ਗਲੀ, ਫਿਰ ਮਹੱਲਾ ਰਾਜਾਂ, ਮਹੱਲਾ ਬੱਲੀ ਮਾਰਾਂ, ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਮਹੱਲੇ ਹਨ ਉਹਨਾਂ ਦੇ ਨਾਂ ਸਾਰੇ ਕੰਮ ਕਰਨ ਵਾਲਿਆਂ ਦੇ ਨਾਂ 'ਤੇ ਹਨ। ਜਿਸ ਤਰ੍ਹਾਂ ਮਹੱਲਾ ਚਾਬਕ ਸਵਾਰਾਂ ਹੈ, ਉੱਥੇ ਘੋੜੇ ਵੇਚੇ ਜਾਂਦੇ ਹਨ, ਖਰੀਦੇ ਜਾਂਦੇ ਹਨ ਅਤੇ ਘੁੜ ਸਵਾਰੀ ਦੇ ਨਾਲ ਜਿਤਨੀਆਂ ਵੀ ਸ਼ੈਵਾਂ ਮਨਸੂਬ ਹਨ ਉਹ ਸਾਰੀਆਂ ਦੀਆਂ ਸਾਰੀਆਂ ਉੱਥੇ ਮਿਲਦੀਆਂ ਹਨ। ਬੜੇ ਇਲਮਦਾਰ ਲੋਕ ਸਨ। ਅਰਬੀ, ਫਾਰਸੀ, ਸੰਸਕ੍ਰਿਤ ਇੱਥੇ ਪੜ੍ਹਾਈ ਜਾਂਦੀ ਆਈ, ਜਾਣਦੇ ਹਨ। ਆਪਣੀ ਬੋਲੀ ਦੀ ਬੜੀ ਸਾਰ ਆਈ ਅਤੇ ਖਾਸ ਤਰੀਕੇ ਨਾਲ ਦੇਸੀ ਪੜ੍ਹਾਈ ਦਾ ਜਿਹੜਾ ਖਾਸ ਢੰਗ ਹੈ ਉਹਦਾ ਵੀ ਲਾਹੌਰ ਸ਼ਹਿਰ ਮਰਕਜ਼ ਹੈ। ਕਹਾਣੀ ਸੁਣਾਉਣ ਦੀ, ਕਿੱਸਾ ਕਰਨ ਦੀ ਰੀਤ ਬੜੀ ਪੁਰਾਣੀ ਹੈ। ਕਹਾਣੀ ਕਈ ਰਾਤੀ ਚਲਦੀ ਰਾਣੀ। ਇੱਥੇ ਬੇਤਹਾਸ਼ਾ ਵਲੀ ਆਏ, ਦਾਤਾ ਸਾਹਿਬ ਤੋਂ ਅੱਡ ਪੁਰ ਥਾਵਾਂ ਹਨ। ਇੱਥੇ ਵਲੀਆਂ ਨਾਲ, ਦਰਵੇਸ਼ਾਂ, ਫਕੀਰਾਂ, ਸੰਤਾਂ ਨਾਲ। ਇੱਥੇ ਅਖਾੜੇ ਸਨ, ਦਾਰੇ ਸਨ, ਤਕੀਏ ਸਨ, ਵਨ ਸਵਨ ਮਿਊਜ਼ੀਸ਼ੀਅਨ ਸਨ। ਬੜੀ ਭਰਪੂਰ ਰਹਿਤਲ ਹੈ ਲੋਕਾਂ ਦੀ, ਮਜਲਸੀ ਜ਼ਿੰਦਗੀ, ਅਮਲੀ ਜ਼ਿੰਦਗੀ, ਕੰਮਕਾਰ ਦੀ ਜ਼ਿੰਦਗੀ। ਬੜੇ ਰੱਚੇ ਮਿੱਚੇ ਲੋਕ ਹਨ, ਖੁੱਲੇ ਡੁੱਲੇ ਲੋਕ ਹਨ, ਤੰਗ ਨਜ਼ਰੀ ਨਹੀਂ ਹੈ, ਭਾਈਚਾਰਾ ਹੈ, ਖੁੱਲ੍ਹ ਦਿਲੀ ਦਾ ਸ਼ਹਿਰ ਹੈ ਅਤੇ ਇਹ ਖੁੱਲ੍ਹ ਸਾਰੀ ਵਸੋਂ ਵਿੱਚ ਹੈ। ਇਸੇ ਲਾਹੌਰ ਸ਼ਹਿਰ ਦੀਆਂ ਗੱਲਾਂ ਲੈ ਕੇ ਆ ਰਹੇ ਹਨ ਸਾਡੇ ਕੋਲ ਨਿਸਾਰ ਖਾਨ ਸਾਹਿਬ ਹੋਰੀ, ਜਿਹੜੇ ਰਾਈਟਰ ਹਨ ਅਤੇ ਲਾਹੌਰ ਸ਼ਹਿਰ ਦੇ ਬਹੁਤ ਚੰਗੇ ਜਾਣਤਕਾਰ ਹਨ। ਆਓ ਉਹਨਾਂ ਦੇ ਨਾਲ ਮਿਲੀਏ। ਵਤਨ ਵਿੱਚ ਜੀ ਆਇਆਂ। ਅੱਜ ਸਾਡੇ ਨਾਲ ਜੁੜੇ ਨੇ ਨਿਸਾਰ ਮਯੂਦੀਨ ਖਾਨ ਸਾਹਿਬ। ਤੁਹਾਡਾ ਥੋੜਾ ਤੁਸੀਂ ਸਾਡੇ ਨਾਲ ਜੁੜੇ ਹੋ। ਅਸੀਂ ਤੁਹਾਡੇ ਨਾਲ ਅੰਦਰੂਨ ਸ਼ਹਿਰ ਦੇ ਬਾਰੇ ਢੇਰ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੇ ਹਾਂ। ਅਤੇ ਸਾਨੂੰ ਦੱਸੋ ਤੁਸੀਂ ਕਿਹੜੇ ਮਹੱਲੇ ਜੰਮੇ ਅਤੇ ਕਿਸ ਸੰਨ ਵਿੱਚ ਜੰਮੇ, ਅਤੇ ਜੋ ਤੁਸੀਂ ਜਾਣਦੇ ਉਸ ਵੇਲੇ ਦੇ ਬਾਰੇ ਉਹ ਸਾਡੇ ਨਾਲ ਸਾਂਝਾ ਕਰੋ। ਸਾਰਿਆਂ ਤੋਂ ਪਹਿਲੇ ਤਾਂ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਮੈਨੂੰ ਸੱਦਾ ਦਿੱਤਾ ਅਤੇ ਕੁਛ ਆਪਣੀਆਂ ਗੱਲਾਂ ਕਰਨ ਦਾ ਮੌਕਾ ਮਿਲੇਗਾ। ਜੀ ਬਿਲਕੁਲ। ਮੈਂ ਜੀ 3 ਅਪ੍ਰੈਲ 1951 'ਚ ਅੰਦਰੂਨ ਸ਼ਹਿਰ ਦੇ ਮਹੱਲੇ ਡੱਬੀ ਬਾਜ਼ਾਰ ਗਲੀ ਕੁੰਦੀ ਘਰਾਂ 'ਚ ਜੰਮਿਆ। ਅੱਛਾ। ਦਾਦਕੇ ਮੇਰੇ ਜਿਹੜੇ ਨੇ ਉਹ
ਪਠਾਨ ਫੈਮਿਲੀ ਨਾਲ ਤਲਕ ਰੱਖਦੇ ਨੇ। ਠੀਕ ਹੈ। ਵੜਕਿਆਂ ਤੋਂ ਪਤਾ ਲੱਗਾ ਕਿ ਉਹ ਕੋਈ ਅਹਿਮਦ ਸ਼ਾਹ ਅਬਦਾਲੀ ਦੇ ਕਿਸੇ ਹਮਲੇ ਦੇ ਵਿੱਚ ਲਾਹੌਰ ਆਏ ਤੇ ਇੱਥੇ ਹੀ ਸੈਟਲ ਹੋ ਗਏ। ਫਿਰ ਉਦੋਂ ਦੇ ਇੱਥੇ ਹੀ ਰਹੇ। ਨਾਨਕੇ ਮੇਰੇ ਜਿਹੜੇ ਨੇ ਉਹ ਅਰਾਈ ਨੇ। 1950 ਚ ਮੇਰੇ ਮਾਪਿਆਂ ਦਾ ਵਿਆਹ ਹੋਇਆ ਤੇ ਅਜਬ ਗੱਲ ਹੈ ਵੇ ਕਿ 1950 ਚ ਦੋਵਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ। ਅੱਛਾ, ਬੜੀ ਗੱਲ ਹੈ ਉਸ ਵੇਲੇ। ਉਹ ਨਾਨਕੇ ਵੀ ਰੁੱਸ ਗਏ ਤੇ ਦਾਦਕੇ ਵੀ ਰੁੱਸ ਗਏ। ਬਹਰਹਾਲ ਮੈਂ ਉਹਨਾਂ ਦੋਵਾਂ ਦਾ ਪਹਿਲਾ ਬੱਚਾ ਸਾਂ। ਤੇ ਫਿਰ ਰਾਜ਼ੀ ਹੋਏ? ਉਹ ਫਿਰ ਬੜੇ ਸਾਲ ਲੱਗੇ ਰਾਜ਼ੀ ਹੋਣ ਦੇ ਵਿੱਚ, ਅੱਛਾ, ਸੁਲਾਹ ਹੋਣ 'ਚ। ਅੱਛਾ। ਮੇਰੇ ਦਾਦੇ ਦਾ ਘਰ ਜਿਹੜਾ ਜੱਦੀ ਘਰ ਹੈ ਉਹ ਸਾਡਾ ਕੁੰਦੀਗਰਾਂ ਦੀ ਗਲੀ 'ਚ ਡੱਬੀ ਬਾਜ਼ਾਰ 'ਚ। ਕੁੰਦੀਗਰਾਂ ਤੋਂ ਕੀ ਮੁਰਾਦ ਹੈ? ਕਾਰੀਗਰ ਹਨ ਜੋ ਕੀ ਕਰਦੇ ਹਨ? ਲਾਹੌਰ ਦੀਆਂ ਗਲੀਆਂ ਦੇ ਨਾਂ ਜਿਹੜੇ ਨਾ ਇਸੇ ਤਰ੍ਹਾਂ ਨੇ ਜੀ। ਕੂਚਾ ਚਾਬਕ ਸਵਾਰਾਂ, ਉੱਥੇ ਚਾਬਕ ਸਵਾਰ ਰਹਿੰਦੇ ਸਨ। ਕੂਚਾ ਚਿੜੀ ਮਾਰਾਂ, ਉੱਥੇ ਚਿੜੀ ਮਾਰ ਰਹਿੰਦੇ ਸਨ। ਠੀਕ ਹੈ। ਕੁੰਦੀਗਰਾਂ, ਉਹ ਸਲਵਾਰ ਦੇ ਵਿੱਚ ਕੁੰਦੀਆਂ ਪੈਂਦੀਆਂ ਨੇ। ਅੱਛਾ, ਹਾਂ ਉਹ ਜੀ, ਤਹਿਮਾ ਕੁੰਦੇ ਵੀ ਆਖੀਦਾ ਉਹਨਾਂ ਨੂੰ। ਹਾਂਜੀ ਜੀ। ਉਹ ਉੱਥੇ ਕਾਰੀਗਰ ਬਹੁਤੇ ਸਨ, ਦਰਜੀ ਬਹੁਤੇ ਸਨ। ਅੱਛਾ। ਤੇ ਉਸ ਵਜ੍ਹਾ ਨਾਲ ਉਹਦਾ ਨਾਂ ਕੁੰਦੀਗਰਾਂ ਦੀ ਗਲੀ ਪਿਆ ਹੋਏਗਾ। ਠੀਕ ਹੈ। ਤੇ ਇੱਕ ਲਾਹੌਰ ਦਾ ਹੁਕਮਰਾਨ ਸੀ ਕਾਬਲੀ ਮਲ। ਜੀ ਜੀ ਜੀ। ਕਾਬਲੀ ਮਲ ਦੀ ਹਵੇਲੀ ਵੀ ਸਾਡੀ ਗਲੀ 'ਚ ਹੀ ਸੀ। ਅੱਛਾ। ਬੜੀ ਵੱਡੀ ਹਵੇਲੀ, ਅੱਛਾ। ਹਾਲੀ ਵੀ ਹੈ। ਅੱਛਾ। ਉਹ ਜੇ ਕਾਬਲੀ ਮਲ ਦੀ ਹਵੇਲੀ ਤੋਂ ਅੱਗੇ ਜਾਓ ਤੇ ਉਹ ਗਲੀ ਨਿਕਲ ਜਾਂਦੀ ਚੂਨਾ ਮੰਡੀ ਨੂੰ। ਠੀਕ ਹੈ। ਚੂਨਾ ਮੰਡੀ ਦੀ ਨੁੱਕਰ ਦੇ ਉੱਤੇ ਰੁਬਾਬੀਆਂ ਦਾ ਡੇਰਾ ਹੈ। ਇਹ ਬਾਬੇ ਨਾਨਕ ਦੇ ਜਿਹੜੇ ਠੀਕ ਹੈ ਰੁਬਾਬੀ ਨੇ ਉਹਨਾਂ ਦਾ ਡੇਰਾ ਹੈ ਉੱਥੇ, ਬੜਾ ਹਾਲੀ ਤੱਕ ਹੈਗਾ। ਠੀਕ ਹੈ। ਤੇ ਰੁਬਾਬੀ ਹਨ ਵੀ ਉੱਥੇ ਕਿ ਨਹੀਂ ਹੁਣ? ਰੁਬਾਬੀ ਹੈਨ ਜੀ, ਉੱਥੇ ਹੀ ਰਹਿੰਦੇ ਨੇ। ਉਹਨਾਂ ਦੇ ਜੱਦੀ ਮਕਾਨ ਉੱਥੇ ਨੇ। ਅੱਛਾ। ਉੱਥੋਂ ਹੀ ਜੇ ਕੋਈ ਗਾਣ ਵਜਾਉਣ ਦਾ ਉਹਨਾਂ ਨੇ ਕੰਮ ਕਰਨਾ ਹੁੰਦਾ ਤੇ ਉੱਥੇ ਹੀ ਆ ਕੇ ਲੋਕੀ ਉਹਨਾਂ ਨਾਲ ਬੁਕਿੰਗ ਕਰਕੇ ਲੈ ਜਾਂਦੇ ਨੇ ਉਹਨਾਂ ਨੂੰ। ਅੱਛਾ ਅੱਛਾ। ਲੇਕਿਨ ਉਹ ਹਾਲੀ ਵੀ ਵਿਚਾਰੇ ਮਾੜੇ ਲੋਕ ਨੇ। ਅੱਛਾ। ਇਹ ਸਾਰਾ ਤੁਸੀਂ 50s ਦੀ ਗੱਲ ਕਰ ਰਹੇ ਹੋ? ਹਾਂਜੀ, ਮੈਂ 50 ਦਾ ਦਹਾਕੇ ਦੀ ਗੱਲ ਕਰ ਰਹੇ ਜੀ ਹੋ? ਜੀ ਜੀ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਜੀ ਉਹਨਾਂ ਨੂੰ ਉੱਥੋਂ। ਬਲਕਿ ਬੜੀਆਂ ਮਜ਼ੇਦਾਰ ਗੱਲਾਂ ਵੀ ਨੇ ਵਿੱਚ ਕਿ ਉਹ ਸਾਡੀ ਗਲੀ 'ਚੋਂ ਹੀ ਅਸੀਂ, ਤੁਹਾਨੂੰ ਪਤਾ ਹੈ ਲਾਹੌਰ ਅੰਦਰੂਨ ਸ਼ਹਿਰ ਲਾਹੌਰ ਦਾ ਇੱਕ ਕਲਚਰ ਹੈ ਕਿ ਲੋਕੀ ਗਲੀਆਂ ਮਹੱਲਿਆਂ ਦੇ ਥੜਿਆਂ ਦੇ ਉੱਤੇ ਬੈਠ ਜਾਂਦੇ ਸਨ ਜੀ ਤੇ ਆਪਸ 'ਚ ਕਮਿਊਨੀਕੇਸ਼ਨ ਕਰਨੀਆਂ, ਗੱਲਾਂ ਗੱਪਾਂ ਛੱਪਾਂ ਮਾਰ ਰਹੀਆਂ। ਤੇ ਸਿਆਸਤ ਵੀ ਉੱਥੇ ਡਿਸਕਸ ਕਰਦੇ ਹਨ? ਹਾਂਜੀ, ਉਹ ਥੜੇ ਤੇ ਬੈਠ ਕੇ ਹਰ ਕੰਮ ਹੁੰਦਾ ਸੀ ਜੀ। ਜੀ ਜੀ ਜੀ। ਤੇ ਉਹ ਮਰਾਸੀਆਂ ਨੇ ਆਪਣੇ ਕਿਸੇ ਕੰਮ ਲੰਘਣਾ, ਉਹ ਰੁਬਾਬੀਆਂ ਨੇ ਤੇ ਉਸੇ ਗਲੀ 'ਚੋਂ ਲੰਘ ਕੇ ਜਾਂਦੇ ਸਨ। ਤੇ ਉਹ ਮਹੱਲੇ ਦੇ ਸ਼ਰਾਰਤੀ ਮੁੰਡੇ ਜਿਹੜੇ ਨਾ, ਉਹਨਾਂ ਨੂੰ ਛੇੜ ਪਾਈ ਸੀ ਉਹਨਾਂ ਨੇ, ਫਿਰੋਜ਼ ਰਾਖਾ। ਅੱਛਾ। ਉਹ ਮਰਾਸੀ ਬੜੀਆਂ ਗਾਲਾਂ ਕੱਢਦੇ ਸਨ। ਮਤਲਬ ਉਹ ਕੋਈ ਲੰਘਿਆ ਨਾ ਆਪਣੇ ਕਸਬ ਵਾਸਤੇ ਉੱਥੋਂ ਕੰਮ ਕਰਨ ਵਾਸਤੇ ਕਿਧਰੋਂ, ਤੇ ਕਿਸੇ ਨੇ ਪਿੱਛੋਂ ਆਵਾਜ਼ ਲਾਈ ਉਹ ਫਿਰੋਜ਼ ਰਾਖੇ, ਤੇ ਉਹਨੇ ਮੁੜ ਕੇ ਗਾਲਾਂ ਕੱਢਣੀਆਂ ਤੇ ਨਾਲ ਕੋਈ ਬਦਦੁਆਵਾਂ ਜੀਆਂ ਦੇਣੀਆਂ। ਉਹ ਫਿਰ ਬੜੀ ਦੇਰ ਬਾਅਦ ਪਤਾ ਲੱਗਾ ਕਿ ਫਿਰੋਜ਼ ਰਾਖਾ ਇਹ ਰੁਬਾਬੀਆਂ 'ਚੋਂ ਹੀ ਇੱਕ ਬੰਦਾ ਸੀ ਜਿਹੜਾ ਕਿ ਥੋੜਾ ਪੈਸੇ ਵਾਲਾ ਸੀ। ਉਹ ਮਾੜੇ ਲੋਕਾਂ ਨੂੰ ਨਾ ਕਰਜ਼ਾ ਦੇ ਦਿੰਦਾ ਸੀ। ਅੱਛਾ ਅੱਛਾ। ਪੈਸੇ ਦੇ ਦਿੰਦਾ ਸੀ ਤੇ ਜਿਹਨੂੰ ਪੈਸੇ ਮਿਲ ਜਾਂਦੇ ਸਨ ਉਹ ਘਰ ਹੀ ਰਹਿ ਜਾਂਦਾ ਸੀ। ਤੇ ਇੱਥੋਂ ਉਹਨਾਂ ਦਾ ਨਾਂ ਪਿਆ ਕਿ ਅੱਜ ਕੰਮ ਤੇ ਨਹੀਂ ਨਿਕਲਿਆ ਤੇ ਇਹ ਫਿਰੋਜ਼ ਰਾਖਾ, ਇਹਨੂੰ ਫਿਰੋਜ਼ ਕੋਲੋਂ ਕੁਝ ਮਿਲ ਗਏ ਨੇ ਪੈਸੇ। ਤੇ ਅੱਗੇ ਚੂਨਾ ਮੰਡੀ ਰੁਬਾਬੀਆਂ ਦੀ ਗਲੀ ਸੱਜੇ ਪਾਸੇ ਜਾ ਕੇ ਚੂਨਾ ਮੰਡੀ ਨਿਕਲ ਜਾਂਦੀ ਹੈ ਜਿੱਥੇ ਆਜ਼ਮ ਕਲਾਤ ਮਾਰਕੀਟ ਹੈ ਤੇ ਤੀਜੇ ਗੁਰੂ ਦਾ ਗੁਰਦੁਆਰਾ ਵੀ ਹੈ। ਠੀਕ ਹੈ। ਗੁਰੂ ਰਾਮਦਾਸ ਦਾ। ਠੀਕ ਹੈ ਠੀਕ ਹੈ। ਉਹ ਹਾਲੀ ਤੱਕ ਆਬਾਦ ਹੈ ਗੁਰਦੁਆਰਾ। ਤੇ ਉੱਥੇ ਸਿੱਖ ਆਂਦੇ ਵੀ ਹਨ ਸਾਰੇ? ਬਿਲਕੁਲ ਆਂਦੇ ਜੀ। ਹੁਣ ਉਹ ਮਤਲਬ ਸਿੱਖ ਯਾਤਰੀ ਪ੍ਰੋਟੈਕਟਿਡ ਹੈ, ਉਹ ਬੜਾ ਖੂਬਸੂਰਤ ਬਣਾਤਾ ਉਹਨਾਂ ਨੇ। ਅੱਛਾ। ਉਹ ਗੁਰਦੁਆਰੇ ਦੇ ਬਾਅਦ 5-7 ਹੱਟੀਆਂ ਸਨ ਜੀ। ਗੁਰਦੁਆਰੇ ਦੀਆਂ ਦੁਕਾਨਾਂ ਸਨ। ਉਹਨਾਂ ਚੋਂ ਹੀ ਦੁਕਾਨ ਮੇਰੇ ਨਾਨੇ ਦੀ ਵੀ ਸੀ। ਅੱਛਾ। ਦੁੱਧ ਦਹੀਂ ਦੀ। ਅੱਛਾ। ਮੇਰਾ ਨਾਨਾ ਦੁੱਧ ਦਹੀਂ ਦਾ ਕੰਮ ਕਰਦਾ ਸੀ। ਠੀਕ ਹੈ ਠੀਕ। ਤੇ ਉਹ ਮੈਨੂੰ ਪੂਰਾ ਉਹ ਯਾਦ ਹੈ, ਉਹ ਮਹੱਲਾ ਪੂਰਾ। ਤੇ ਨੁੱਕਰ ਦੇ ਵਿੱਚ ਇੱਕ ਬੜੀ ਵੱਡੀ ਹਲਵਾਈ ਦੀ ਦੁਕਾਨ ਸੀ।
ਉੱਥੇ ਉਹ ਵੱਡੇ ਭਲਵਾਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਤੇ ਕੋਈ ਖਾਸ ਮਠਿਆਈ ਉਸ ਵੇਲੇ ਦੀ ਕਿਹੜੀ ਆਈ? ਉਸ ਵੇਲੇ ਤੇ ਸਾਰੀਆਂ ਮਠਾਈਆਂ ਜਿਹੜੀਆਂ ਬਣਦੀਆਂ ਸਨ ਉਹ ਉਹਨਾਂ 'ਚ ਘਿਓ ਬੜਾ ਪੈਂਦਾ ਸੀ। ਅੱਛਾ, ਮਸਲਨ ਘਿਓ ਵੀ ਦੇਸੀ ਘੀ ਹੋਣਾ? ਆ ਜ਼ਾਹਰ ਹੈ ਜੀ, ਉਦੋਂ ਤੇ ਦੇਸੀ ਹੁੰਦਾ ਸੀ। ਮੇਸੂ, ਪਿੰਨੀਆਂ, ਪਤੀਸਾ, ਇਹ ਬਹੁਤੀਆਂ ਮਸ਼ਹੂਰ ਮਠਾਈਆਂ ਹੁੰਦੀਆਂ ਸਨ। ਜਲੇਬੀਆਂ ਵੀ ਅਗਰ ਤਲਣੀਆਂ ਤੇ ਦੇਸੀ ਘਿਓ ਦੇ ਵਿੱਚ। ਇਹ ਹੁਣ ਬਰਫੀ ਸ਼ਰਫੀ ਤੇ ਇਹ ਜਿਹੜੇ ਰਸਗੁੱਲਾ ਟਾਈਪ ਹੈ ਜਿਹੜੀਆਂ ਨੇ ਇਹ ਚੀਜ਼ਾਂ ਇਹ ਹੁਣ ਆਈਆਂ ਨੇ। ਹਾਲੀ ਵੀ ਤੁਸੀਂ ਕਿਸੇ ਪੁਰਾਣੇ ਦੁਕਾਨਦਾਰ ਕੋਲ ਜਾਓ ਨਾ ਤੇ ਉਹ ਇਹ ਮੇਸੂ ਤੇ ਇਹ ਚੀਜ਼ਾਂ ਘੱਟ ਪਾਏਗਾ, ਕਿਉਂਕਿ ਇਹਦੇ 'ਚ ਖਰਚਾ ਜ਼ਿਆਦਾ ਹੁੰਦਾ। ਤੇ ਬੇਕਰੀਆਂ ਵੀ ਨਾਲੋਂ ਨਾਲ ਦੱਸਦੇ ਜਾਓ, ਬੇਕਰੀਆਂ ਤੁਹਾਡੇ ਇਲਾਕੇ ਵਿੱਚ ਕਿਹੜੀਆਂ? ਜੀ ਬੇਕਰੀਆਂ ਤੇ ਤਕਰੀਬਨ ਹਰ ਮਹੱਲੇ 'ਚ ਇੱਕ ਹੁੰਦੀ ਸੀ। ਪਹਿਲੇ ਤੇ ਲੋਕਾਂ ਦਾ ਮਸਲਨ ਆਮ ਜਿਹੜਾ ਖਾਣਾ ਸੀ ਉਹ ਤੰਦੂਰਾਂ ਦੇ ਉੱਤੇ ਰੋਟੀਆਂ ਲੱਗਦੀਆਂ ਸਨ ਤੇ ਸਵੇਰ ਦੇ ਟਾਈਮ ਕੁਲਚੇ ਲੱਗਦੇ ਸਨ। ਲਾਹੌਰ 'ਚ ਕੁਲਚੇ ਖਾਣ ਦਾ ਵੀ ਬੜਾ ਰਿਵਾਜ ਹੈ। ਨਾਨ ਔਰ ਕੁਲਚਾ ਦੋਵਾਂ ਦੇ ਵਿੱਚ ਫਰਕ ਹੈ। ਹਾਂਜੀ, ਉਹ ਕੁਲਚਾ ਜਿਹੜਾ ਹੈ ਉਹ ਉਂਗਲਾਂ ਦੇ ਨਾਲ ਗੁੰਨ ਕੇ ਤੇ ਉਹਦੇ ਤੇ ਤਿਲ ਲਾ ਕੇ ਤੇ ਇਹ ਖਾਸ ਤੌਰ ਤੇ ਨਾਸ਼ਤੇ ਵੇਲੇ ਕੁਲਚਾ ਤੁਸੀਂ ਗਰਮ ਗਰਮ ਕੁਲਚਾ ਤੰਦੂਰ ਚੋਂ ਫੜਿਆ, ਨਾਲ ਹਲਵਾਈ ਕੋਲੋਂ ਉੱਤੇ ਮਲਾਈ ਪਵਾਈਏ, ਥੋੜੀ ਜਿਹੀ ਉੱਤੇ ਸ਼ੱਕਰ ਜਾਂ ਖੰਡ ਪਾ ਲਈਏ ਤੇ ਉਹ ਤੁਹਾਡਾ ਨਾਸ਼ਤਾ ਹੋ ਗਿਆ। ਖਾਨ ਸਾਹਿਬ ਉਸ ਵੇਲੇ ਦੀ ਸਿਆਸਤ ਬਾਰੇ ਵੀ ਕੁਝ ਦੱਸੋ। ਮੋਚੀ ਦਰਵਾਜ਼ਾ ਤੁਹਾਡੇ ਨਾਲ ਹੈ, ਉੱਥੇ ਇੰਨੇ ਜਲਸੇ ਜਲੂਸ ਹੁੰਦੇ ਨੇ, ਫਿਰ ਇੰਨਾ ਮਾਰਸ਼ਲ ਲਾਅ ਦਾ ਜ਼ਮਾਨਾ, ਫਿਰ ਭੁੱਟੋ ਦਾ ਜ਼ਮਾਨਾ, ਬੜਾ ਪੀਰੀਅਡ ਹੈ ਜਿਹੜਾ ਤੁਸੀਂ ਵੇਖਿਆ। ਤੇ ਇਹ ਸਾਰਾ ਜ਼ਰਾ ਸਮੇਟੋ, ਸਾਨੂੰ ਕੁਝ ਦੱਸੋ, ਕੋਈ ਚਾਨਣ ਪਾਓ ਇਸ ਤੇ। ਸਿਆਸਤ ਜਿਹੜੀ ਹੈ ਜੀ, ਲਾਹੌਰ ਦੀ ਸਿਆਸਤ, ਇਹ ਖਾਸ ਤੌਰ ਦੇ ਉੱਤੇ ਕਹਿੰਦੇ ਨੇ ਜਿਹੜਾ ਲਾਹੌਰ ਦੇ ਵਿੱਚ ਕਾਮਯਾਬ ਹੋ ਗਿਆ ਸਿਆਸਤਦਾਨ, ਉਹ ਪੂਰੇ ਪਾਕਿਸਤਾਨ 'ਚ ਕਾਮਯਾਬ ਹੋ ਗਿਆ। ਤੇ ਲਾਹੌਰ 'ਚ ਸਿਆਸੀ ਅਖਾੜੇ ਜਿਹੜੇ ਸਨ, ਅਖਾੜੇ ਹੀ ਕਹਿੰਦੇ ਸਨ ਅਸੀਂ ਉਹਨਾਂ ਦਿਨਾਂ 'ਚ, ਇੱਕ ਤੇ ਮੋਚੀ ਦਰਵਾਜ਼ਾ ਬਾਗ ਸੀ, ਦੂਜਾ ਦਿੱਲੀ ਦਰਵਾਜ਼ੇ ਦੇ ਬਾਹਰ ਬਾਗ ਇੱਕ ਹੁੰਦਾ ਸੀ। ਉੱਥੇ ਅਹਿਰਾਰ ਪਾਕਿਸਤਾਨ ਬਣਨ ਤੋਂ ਪਹਿਲੇ ਔਰ ਬਾਅਦ ਦੇ ਵਿੱਚ ਵੀ ਅਹਿਰਾਰ ਪਾਰਟੀ ਦੇ ਜਲਸੇ ਹੁੰਦੇ ਰਹੇ ਨੇ। ਫਿਰ ਛੋਟੀਆਂ ਛੋਟੀਆਂ ਥਾਵਾਂ ਸਰਕੂਲਰ ਰੋਡ ਤੇ ਚੈਂਬਰਲੈਨ ਰੋਡ ਤੋਂ ਘਾਟੀ ਚੜ੍ਹ ਕੇ ਨਾਲ ਹੀ ਬਰਕਤ ਅਲੀ ਹਾਲ ਸੀ, ਉਹ ਕੋ 200-400-500 ਬੰਦਿਆਂ ਦਾ ਇਕੱਠ ਹੋਣਾ ਤੇ ਉੱਥੇ ਹੋ ਜਾਣਾ। ਉਹਦੇ ਨਾਲ ਇੱਕ ਸਕੂਲ ਸੀ, ਉਹਦੀ ਗਰਾਊਂਡ 'ਚ ਹੋ ਜਾਂਦਾ ਸੀ। ਨਿਸਬਤ ਰੋਡ ਦੇ ਉੱਤੇ ਇੱਕ ਬੱਟ ਸੀ, ਉਹਦਾ ਘਰ ਸੀ ਵੱਡਾ ਜਿਹਾ, ਉਹਦੇ ਵਿਹੜੇ ਦੇ ਵਿੱਚ ਜਲਸੇ ਵੀ ਹੋਏ ਨੇ। ਇਸ ਤਰ੍ਹਾਂ ਕਈ ਥਾਵਾਂ ਸਨ। ਕਿਹੜਾ ਜ਼ਮਾਨੇ ਦੀ, ਅਯੂਬ ਖਾਨ ਦੇ ਜ਼ਮਾਨੇ ਦੀ ਗੱਲ ਕਰ ਰਹੇ ਹੋ ਜਾਂ ਉਸ ਤੋਂ ਬਾਅਦ ਜੀ, ਜਾਂ ਫਾਤਮਾ ਜਿਨਾਹ ਦੇ ਸਦਾਰਤੀ ਇਲੈਕਸ਼ਨ ਦੀ ਗੱਲ ਕਰ ਰਹੇ ਹੋ? ਅਯੂਬ ਖਾਨ ਦਾ ਮਾਰਸ਼ਲ ਤੋਂ ਅਸੀਂ ਸ਼ੁਰੂ ਕਰਨੇ ਆ ਕਿ ਅਕਤੂਬਰ 1958 ਚ ਆਇਆ ਸੀ, ਮੇਰੇ ਖਿਆਲ 8 ਅਕਤੂਬਰ ਸੀ ਡੇਟ ਸ਼ਾਇਦ, ਮਾਰਸ਼ਲ ਲੱਗਾ। ਉਹ ਇੱਕਦਮ ਅਸੀਂ ਜਦੋਂ ਬਾਹਰ ਨਿਕਲੇ, ਮੈਂ ਬੱਚਾ ਜਿਹਾ ਹੀ ਸਾਂ, ਤੀਸਰੀ ਚ ਪੜ੍ਹਦਾ ਹੋਵਾਂਗਾ ਜਾਂ ਚੌਥੀ ਚ, ਘਰੋਂ ਸੌਦਾ ਸੂਦਾ ਲੈਣ ਬਾਹਰ ਨਿਕਲੇ ਤੇ ਦੇਖਿਆ ਕਿ ਸਿਪਾਹੀ ਖਲੋਤੇ ਫੌਜੀ ਹੱਥ 'ਚ ਬੰਦੂਕਾਂ ਫੜ ਕੇ। ਸਾਡੇ ਮਹੱਲੇ ਦੇ ਬਾਹਰ ਸਾਹਮਣੇ ਇੱਕ ਮਹਿਰ ਹੈਗਾ ਸੀ ਘਿਓ ਵੇਚਣ ਵਾਲਾ, ਉਹਦੇ ਅੱਗੇ ਲੈਣ ਲੱਗੀ ਲੋਕਾਂ ਦੀ ਘਿਓ ਲੈਣ ਦੀ, ਤੇ ਨਾਲ ਇੱਕ ਸਿਪਾਹੀ ਖਲੋਤਾ ਬੰਦੂਕ ਲੈ ਕੇ। ਹੁਣ ਇਸ ਮਾਰਸ਼ਲਾਂ ਤੋਂ ਪਹਿਲੇ ਇਹ ਸੀਨ ਨਹੀਂ ਹੁੰਦਾ ਸੀ। ਲੋਕੀ ਦੁਕਾਨ ਦੇ ਉੱਤੇ ਹੁੰਦੇ ਸਨ 10-12 ਗਾਹਕ, ਲੇਕਿਨ ਉਹ ਆਪਣੇ ਹਿਸਾਬ 'ਚ ਖਲੋਤੇ ਹੁੰਦੇ ਸਨ, ਕੋਈ ਇੱਧਰ ਕੋਈ ਉੱਧਰ, ਲੈਣ ਬਣਾਤੀ ਫੌਜੀਆਂ ਨੇ। ਇੱਕ ਮਜ਼ੇਦਾਰ ਗੱਲ ਤੁਹਾਨੂੰ ਹੋਰ ਇਹਦੇ ਹੀ ਦੱਸਾਂ ਕਿ ਜਦੋਂ ਇਹ ਮਾਰਸ਼ਲਾਂ ਦੇ ਕੁਝ ਦਿਨਾਂ ਦੇ ਬਾਅਦ ਜਦੋਂ ਮਾਰਸ਼ਲਾਂ ਨੇ ਕੁਝ ਆਪਣੇ ਜ਼ਾਬਤੇ ਬਣਾਏ ਕਿ ਜੀ ਇੰਜ ਕਰਨਾ, ਇੰਜ, ਜਾਲੀਆਂ ਲੱਗ ਗਈਆਂ ਦੁੱਧ ਦਹੀਂ ਦੀਆਂ ਦੁਕਾਨਾਂ ਨੂੰ। ਉਹ ਮਹਿਰ ਘਿਓ ਵਾਲਾ ਜਿਹੜਾ ਸੀ ਨਾ, ਉਹ ਜਿਹੜੇ ਥਾਲ ਦੇ ਵਿੱਚ ਘਿਓ ਸੀ ਨਾ, ਅੱਗੇ ਤੇ ਉਹ ਖੁੱਲ੍ਹਾ ਰੱਖਦਾ ਸੀ, ਘਿਓ ਉੱਤੇ ਕੱਪੜਾ ਜਿਹਾ ਪਾਇਆ ਹੁੰਦਾ ਸੀ, ਹੁਣ ਉਹਦੇ ਉੱਤੇ ਇੱਕ ਸ਼ੀਸ਼ਾ ਜਿਹਾ ਰੱਖ ਦਿੱਤਾ ਉਹਨਾਂ ਨੇ। ਯਾਨੀ ਇਹ ਤੇ ਫਿਰ ਵਧੀਆ ਹੋ ਗਿਆ ਕੰਮ। ਵਧੀਆ ਤੇ ਹੋ ਗਿਆ, ਲੇਕਿਨ ਇਹਦੇ 'ਚ ਇੱਕ ਮਜ਼ੇਦਾਰੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਪਹਿਲੇ ਲੋਕੀ ਰੋਜ਼ ਦਾ ਘਿਓ ਰੋਜ਼ ਹੀ ਲੈਂਦੇ ਸਨ ਕਿ ਇਹ ਛਟੈਂਕੀ ਘਿਓ ਦੇ ਦੇ, 1.5 ਛਟਾਂਕ ਦੇ ਦੇ, ਅੱਧ ਪਾ ਦੇ ਦੇ।
ਜਿੰਨੀ ਲੋੜ ਹੁੰਦੀ ਸੀ ਉਹਨੇ ਅੰਦਾਜ਼ੇ ਦੇ ਨਾਲ ਹੀ ਪਾ ਕੇ ਤੇ ਘਿਓ ਦੇ ਦੇਣਾ। ਹੁਣ ਜਦੋਂ ਮਾਰਸ਼ਲ ਲਾ ਆਇਆ ਤੇ ਇਹ ਬਕਾਇਦਾ ਤੁਲਨਾ ਸ਼ੁਰੂ ਹੋ ਗਿਆ। ਹੁਣ ਅੰਦਾਜ਼ੇ ਨਾਲ ਕਿਸੇ ਨੂੰ ਵੱਧ ਵੀ ਮਿਲ ਜਾਂਦਾ ਸੀ ਨਾ, ਤੇ ਹੁਣ ਉਹਨੂੰ ਵੱਧ ਨਹੀਂ ਜਾਂਦਾ ਸੀ, ਉਹ ਪੂਰਾ ਤੋਲ ਕੇ ਦਿੰਦਾ ਸੀ। ਮਤਲਬ ਮਾਰਸ਼ਲ ਲਾ ਦੇ ਇਹ ਵੀ ਇੱਕ ਇਫੈਕਟਸ ਹੋਏ। ਯਾਨੀ ਸਖਤੀ ਢੇਰ ਹੋ ਗਈ, ਤੁਸੀਂ ਇਹ ਸਖਤੀ ਬਹੁਤ ਹੋ ਗਈ, ਹਰ ਜਗ੍ਹਾ ਦੇ ਉੱਤੇ ਫੌਜ ਫਿਰਨ ਲੱਗ ਪਈ, ਸਫਾਈਆਂ ਹੋਣ ਲੱਗ ਪਈਆਂ। ਲੇਕਿਨ ਇੱਕ ਫੌਜੀਆਂ ਦਾ ਇੱਕ ਜਿਹੜਾ ਡਰ ਹੁੰਦਾ ਨਾ, ਵਰਦੀ ਵਾਲੇ ਦਾ ਡਰ ਜਿਹੜਾ ਹੁੰਦਾ, ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ। ਸਿਆਸਤ ਨੇ ਹੋਰ ਪਲਟਾ ਖਾਦਾ। ਆਹਿਸਤਾ ਆਹਿਸਤਾ ਜਿਸਲੇ ਬਹੁਤੀਆਂ ਸਖਤੀਆਂ ਹੋਈਆਂ, ਫਿਰ ਲੋਕਾਂ ਦੇ ਵਿੱਚ ਰਿਐਕਸ਼ਨ ਆਉਣਾ ਸ਼ੁਰੂ ਹੋ ਗਿਆ। ਲੋਕਾਂ ਨੇ ਕਿਹਾ ਕੀ ਹੋਇਆ। ਉਸ ਜ਼ਮਾਨੇ 'ਚ ਇਹ ਅਰਲੀ 60s ਦੀ ਗੱਲ ਹੈ ਕਿ ਉਦੋਂ ਪੂਰੇ ਯੂਰਪ ਵਿੱਚ, ਖਾਸ ਤੌਰ ਤੇ ਫਰਾਂਸ ਤੇ ਇੰਗਲੈਂਡ ਵਿੱਚ ਸਟੂਡੈਂਟ ਮੂਵਮੈਂਟਸ ਸ਼ੁਰੂ ਹੋਈਆਂ। ਹਾਂਜੀ, ਇਹ ਜ਼ਮਾਨਾ ਤੇ ਬੜਾ ਖਾਸ ਜ਼ਮਾਨਾ ਹੈ। ਉਹਨਾਂ ਦਾ ਅਸਰ ਪਾਕਿਸਤਾਨ 'ਚ ਵੀ ਹੋਇਆ। ਲਾਹੌਰ ਚੂੰਕਿ ਸਿਆਸਤ ਦਾ ਮਰਕਜ਼ ਸੀ, ਇੱਥੇ ਸਕੂਲ, ਕਾਲਜ, ਯੂਨੀਵਰਸਿਟੀਆਂ ਜ਼ਿਆਦਾ ਸਨ, ਇੱਥੇ ਵੀ ਉਹਦਾ ਅਸਰ ਹੋਇਆ। ਤੇ ਲੋਕਾਂ ਦੇ ਵਿੱਚ ਰੂਸ ਤੇ ਚੀਨ 'ਚ ਇਨਕਲਾਬ ਆ ਚੁੱਕਿਆ ਸੀ ਕਾਫੀ ਚਰੋਕਣਾ। ਇੱਥੇ ਉਹਨਾਂ ਦਾ ਲਿਟਰੇਚਰ ਆਉਣਾ ਸ਼ੁਰੂ ਹੋ ਗਿਆ। ਹਰ ਦੂਜੇ ਬੰਦੇ ਦੇ ਹੱਥ ਦੇ ਵਿੱਚ, ਮੈਨੂੰ ਯਾਦ ਹੈ, ਉਹ ਮਾਓ ਦੀ ਛੋਟੀ ਕਿਤਾਬ ਹੁੰਦੀ ਸੀ, ਰੈੱਡ ਬੁੱਕ, ਹਰ ਦੂਜੇ ਬੰਦੇ ਦੇ ਹੱਥ 'ਚ ਹੁੰਦੀ ਸੀ। ਔਰ ਲੋਕੀ ਆਪਸ 'ਚ ਮਿਲ ਜੁਲ ਕੇ ਪੋਲੀਟਿਕਸ ਡਿਸਕਸ ਕਰਦੇ ਸਨ। ਜਿਹੜੇ ਵੱਡੇ ਦਾਨਿਸ਼ਵਰ ਸਨ ਉਹ ਤੇ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਜਿਨ੍ਹਾਂ ਦੀ ਸ਼ਾਇਦ ਆਮ ਲੋਕਾਂ ਨੂੰ ਉਦੋਂ ਸਮਝ ਵੀ ਨਹੀਂ ਆਉਂਦੀ ਸੀ। ਲੇਕਿਨ ਲੋਕਾਂ ਨੂੰ ਕਲਾਸ ਸਿਸਟਮ ਦੀ, ਗਰੀਬੀ ਅਮੀਰੀ ਦੀ, ਵੰਡ ਦੀ ਤੇ ਇਹ ਜ਼ੁਲਮ ਜ਼ਿਆਦਤੀ ਦੀ, ਇਹ ਲੋਕਾਂ ਦੀ ਆਪਣੀ ਸਮਝ ਹੈ ਸੀ। ਵੱਡੇ ਦਾਨਿਸ਼ਵਰਾਂ ਨੇ ਉਹਨਾਂ ਨੂੰ ਹੋਰ ਨਾਂ ਦਿੱਤੇ ਸਨ। ਤੇ ਜਿਹੜਾ ਇਲੈਕਸ਼ਨ ਹੋਇਆ ਫਾਤਮਾ ਜਿਨਾਹ ਦਾ, ਜਿਹੜਾ ਸਦਾਰਤੀ ਇਲੈਕਸ਼ਨ ਹੈ, ਤੇ ਅੰਦਰੂਨ ਨੇ ਕਿਹਦਾ ਸਾਥ ਦਿੱਤਾ, ਕਿਹਦੇ ਨਾਲ ਖਲੋਤੇ? ਫਾਤਮਾ ਜਨਾਹ ਦਾ ਇਲੈਕਸ਼ਨ ਜਿਹੜਾ ਨਾ ਜੀ, ਬੜਾ ਇੰਟਰਸਟਿੰਗ ਹੈ। ਫਾਤਮਾ ਜਨਾਹ ਦੇ ਇਲੈਕਸ਼ਨ ਤੋਂ ਪਹਿਲੇ ਅਯੂਬ ਖਾਨ ਨੇ ਲੋਕਲ ਬਾਡੀਜ਼ ਦੇ ਇਲੈਕਸ਼ਨ ਕਰਾਏ, ਬਲਦਿਆਤੀ ਇਲੈਕਸ਼ਨ। ਉਹ ਕੌਂਸਲਰ, ਹਰ ਮਹੱਲੇ 'ਚੋਂ ਕੌਂਸਲਰ ਇਲੈਕਟ ਹੋਏ। ਲਾਹੌਰ ਦੀ ਤਾਦਾਦ ਤੇ ਮੈਨੂੰ ਯਾਦ ਨਹੀਂ, ਲੇਕਿਨ ਪੂਰੇ ਵੈਸਟ ਪਾਕਿਸਤਾਨ ਦੇ ਵਿੱਚ ਕੋਈ 80,000 ਕੌਂਸਲਰ ਸਨ। ਉਹਨਾਂ ਦੇ ਵਿੱਚ ਲਾਹੌਰ ਦੇ ਵਿੱਚ ਵੀ ਹਜ਼ਾਰਾਂ ਹੀ ਹੋਣਗੇ। ਉਹ ਕੌਂਸਲਰ ਜਿਹੜੇ ਨੇ ਨਾ, ਉਹ ਗੈਰ ਜਮਾਤੀ ਇਲੈਕਸ਼ਨ ਸਨ। ਮੈਨੂੰ ਹੁਣ ਤੱਕ ਯਾਦ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਹੁੰਦੇ ਨੇ ਇਲੈਕਸ਼ਨ ਬਾਕਸ, ਇਸ ਤਰ੍ਹਾਂ ਦੇ ਬਕਸੇ ਨਹੀਂ ਸਨ, ਉਹ ਲੱਕੜੀ ਦੇ ਬਕਸੇ ਸਨ। ਤੇ ਜਿਹੜਾ ਉਮੀਦਵਾਰ ਸੀ ਨਾ, ਉਹਦੀ ਫੋਟੋ ਲੱਗੀ ਹੁੰਦੀ ਸੀ ਬਕਸੇ ਦੇ ਉੱਤੇ। ਮਤਲਬ 5 ਉਮੀਦਵਾਰ ਨੇ ਤੇ 5 ਵੱਖਰੇ ਵੱਖਰੇ ਡੱਬੇ ਪਏ ਨੇ, ਤੁਸੀਂ ਫੋਟੋ ਦੇ ਕੇ ਵੋਟ ਪਾਉਣਾ ਉਹਦੇ 'ਚ। ਉਹ ਬੰਦੇ ਤੇ ਇਲੈਕਟ ਹੋ ਗਏ। ਲੇਕਿਨ ਅਚਾਨਕ ਜਿਹੜੀ ਅਯੂਬ ਖਾਨ ਨੇ ਕਨਵੈਨਸ਼ਨ ਮੁਸਲਿਮ ਲੀਗ ਬਣਾਈ ਸੀ, ਮੈਜੋਰਟੀ ਜਿਹੜੇ ਨੇ ਕੌਂਸਲਰ ਉਹ ਕਨਵੈਨਸ਼ਨ ਲੀਗ ਦੇ ਵਿੱਚ ਸ਼ਾਮਲ ਹੋ ਗਏ। ਹੁਣ ਅਯੂਬ ਖਾਨ, ਦਬਾਅ, ਫੌਜੀਆਂ ਦਾ ਦਬਾਅ। ਹੁਣ ਅਯੂਬ ਖਾਨ ਦੇ ਜਿਹੜੇ ਉਹਨੇ ਕਾਨੂੰਨ ਬਣਾਇਆ ਇਲੈਕਸ਼ਨ ਦਾ, ਉਹ ਇਹ ਸੀ ਕਿ ਪ੍ਰੈਜ਼ੀਡੈਂਟ ਨੂੰ ਲੋਕਲ ਬਾਡੀਜ਼ ਦੇ ਮੈਂਬਰ ਡਾਇਰੈਕਟ ਇਲੈਕਟ ਕਰਨਗੇ, ਯਾਨੀ ਕਿ ਆਮ ਵੋਟਰ ਵੋਟ ਨਹੀਂ ਪਾਣਗੇ। ਉਹ 80,000 ਕੌਂਸਲਰ ਹੀ ਵੋਟ ਪਾਣਗੇ। ਜਿਹਨੂੰ ਜ਼ਿਆਦਾ ਵੋਟ ਮਿਲ ਗਏ ਉਹ ਜਿੱਤ ਗਿਆ। ਓਪੋਜੀਸ਼ਨ ਪਾਰਟੀਆਂ ਉਦੋਂ ਜਿਹੜੀਆਂ ਸਨ, ਜਮਾਤ ਇਸਲਾਮੀ ਸੀ, ਕੌਂਸਲ ਮੁਸਲਿਮ ਲੀਗ ਸੀ, ਇਹਰਾਰ ਪਾਰਟੀ ਸੀ, ਪੀਪਲਜ਼ ਪਾਰਟੀ ਤੇ ਬਹੁਤ ਬਾਅਦ 'ਚ ਬਣੀ ਹੈ। ਇਹ ਸਾਰੀਆਂ ਇਕੱਠੀਆਂ ਹੋਈਆਂ। ਨਵਾਬਜ਼ਾ ਨਸਰੁੱਲਾ ਦੀ ਜਮਹੂਰੀ ਪਤਾ ਨਹੀਂ ਕੀ ਪਾਰਟੀ ਸੀ। ਇਹ ਸਾਰੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਫਾਤਮਾ, ਕਾਇਦੇ ਆਜ਼ਮ ਦੀ ਭੈਣ ਫਾਤਮਾ ਜਨਾਹ ਨੂੰ ਸਪੋਰਟ ਕੀਤਾ, ਮਨਾ ਕੇ ਤੇ ਉਹਨੂੰ ਮਨਾ ਲਿਆ ਕਿ ਉਹ ਇਲੈਕਸ਼ਨ ਲੜੇਗੀ। ਉਹਨੇ ਕਾਗਜ਼ ਜਮ੍ਹਾਂ ਕਰਾਤੇ। ਅਯੂਬ ਖਾਨ ਨੂੰ, ਹਕੂਮਤ ਨੂੰ ਥਰਥੱਲੀ ਪੈ ਗਈ, ਕਿਉਂਕਿ ਕਾਇਦੇ ਆਜ਼ਮ ਦਾ ਨਾਂ ਬਹਰਹਾਲ ਇੱਕ ਪਾਕਿਸਤਾਨ ਬਣਾਉਣ ਵਾਲਿਆਂ 'ਚੋਂ ਸੀ, ਤੇ ਉਹਦੀ ਭੈਣ ਦੀ ਇੱਕ ਲੈਵਲ ਦੇ ਉੱਤੇ ਇੱਥੇ ਲੋਕੀ ਕਦਰ ਕਰਦੇ ਸਨ, ਰਿਸਪੈਕਟ ਕਰਦੇ ਸਨ। ਮਾਦਰੇ ਮਿਲਤ ਦਾ ਖਿਤਾਬ ਮਿਲਿਆ ਹੋਇਆ ਸੀ ਉਹਨੂੰ। ਤੇ ਅਯੂਬ ਖਾਨ ਨੇ ਫਿਰ ਕਈ ਹਰਬੇ ਇਸਤੇਮਾਲ ਕੀਤੇ। ਉਹਨੇ ਸਾਰਿਆਂ ਤੋਂ ਪਹਿਲੇ ਉਹ ਕੌਂਸਲਰ ਤੋੜੇ
ਉਹ ਕੌਂਸਲਰ ਤੋੜਨ ਵਾਸਤੇ ਵੱਡਾ ਹਰਬਾ ਸੀ ਉਹ ਸੀ, ਕਿਉਂਕਿ ਸਾਰੇ ਕੌਂਸਲਰ ਜਿਹੜੇ ਨੇ ਉਹ ਮੈਂਬਰ ਸਨ ਇਹਦੇ ਲਾਹੌਰ ਕਾਰਪੋਰੇਸ਼ਨ ਦੇ, ਲਾਹੌਰ ਦੀ ਜਿਹੜੀ ਮਿਊਨਿਸਪਲ ਕਮੇਟੀ ਹੈ ਨਾ ਉਹਦੇ ਮੈਂਬਰ ਸਨ। ਤੇ ਉਹ ਮਿਊਨਿਸਪਲ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਜੀ ਇਛਰਿਆਲਾ ਚੌਧਰੀ ਮੁਹੰਮਦ ਹੁਸੈਨ। ਉਹ ਵੀ ਬੜਾ ਇੰਟਰਸਟਿੰਗ ਕਰੈਕਟਰ ਹੈ। ਇਹ ਅੱਜ ਕੱਲ੍ਹ ਤੁਸੀਂ ਨਾਂ ਸੁਣਿਆ ਹੋਏਗਾ ਇੱਕ ਹਲੀਬ ਦੁੱਧ, ਉਹ ਹਲੀਬ ਦਾ ਜਿਹੜਾ ਮਾਲਕ ਹੈ ਨਾ ਉਹਦਾ ਪਿਓ ਸੀ ਚੌਧਰੀ ਮੁਹੰਮਦ ਹੁਸੈਨ। ਸ਼ਰੀਫ ਆਦਮੀ ਸੀ, ਚਿੱਟਾ, ਅਨਪੜ੍ਹ, ਤੇ ਅਯੂਬ ਖਾਨ ਦਾ ਬੜਾ ਫੇਵਰਟ, ਨੇੜੇ ਦਾ ਬੰਦਾ। ਪੈਸਾ ਬੇਸ਼ਬਾ ਲਾਹੌਰ ਦੇ ਪੁਰਾਣੇ ਰਾਈਆਂ ਚੋਂ। ਤੇ ਉਹ ਇੱਥੋਂ ਤੱਕ ਕਿ ਉਹਨੇ ਪੈਸੇ ਦਾ ਲਾਲਚ ਦੇ ਕੇ ਥੋੜੇ ਥੋੜੇ ਠੇਕੇ ਦਿੱਤੇ, ਕੋਈ ਕੰਮ ਦਿੱਤੇ ਕੌਂਸਲਰਾਂ ਨੂੰ। ਤੇ ਕੌਂਸਲਰ ਜਿਹੜੇ ਨੇ ਨਾ ਉਹ ਕਨਵੈਨਸ਼ਨ ਲੀਗ ਦੇ ਮੈਂਬਰ ਬਣ ਗਏ ਬਹੁਤੇ ਕੌਂਸਲਰ। ਉਹ ਫਿਰ ਇਲੈਕਸ਼ਨ ਦੇ ਜਲਸੇ ਹੋਏ, ਉਹ 'ਚ ਇੱਕ ਵੱਡਾ ਜਲਸਾ ਜਿਹੜਾ ਨਾ ਦੋਵਾਂ ਧਿਰਾਂ ਦਾ, ਅਯੂਬ ਖਾਨ ਦਾ ਵੀ ਤੇ ਫਾਤਮਾ ਜਨਾਹ ਦਾ ਵੀ, ਮੋਚੀ ਦਰਵਾਜ਼ੇ ਹੋਇਆ। ਅਯੂਬ ਖਾਨ ਦੇ ਜਲਸੇ ਦੇ ਉੱਤੇ ਬੜੇ ਬੋਰਡ ਤੇ ਪੋਸਟਰ ਤੇ ਬੈਨਰ ਤੇ ਬੜੀਆਂ ਪੁਲਿਸ ਦੀਆਂ ਲਾਈਨਾਂ ਤੇ ਸਫਾਈਆਂ ਸੜਕਾਂ ਦੀਆਂ, ਉਹ ਮੈਨੂੰ ਯਾਦ ਹੈ। ਤੇ ਉਹਨੇ ਉਹ ਜਨਾਹ ਕੈਪ ਜੀ ਪਾਈ ਜਿਹੜੀ ਕਿ ਆਮ ਤੌਰ ਤੇ ਉਹ ਪਾਉਂਦਾ ਨਹੀਂ ਸੀ, ਲੇਕਿਨ ਉਹ ਪਾ ਪੂ ਕੇ ਤੇ ਉਹ ਸਾਰਾ ਬਾਹਰ ਵਾਲੋਂ ਜਲਸਾ ਇੱਕ ਵੱਡਾ ਜਿਹਾ ਕਰਕੇ ਜਲਸਾ। ਸਰਕਾਰੀ ਮੁਲਾਜ਼ਮ ਵਿੱਚ, ਕਾਰਪੋਰੇਸ਼ਨ ਦੇ ਵੀ, ਝਾੜੂ ਮਾਰਨ ਵਾਲੇ, ਮਾਸ਼ਕੀ ਮੂਸ਼ਕੀ, ਹਵਾਲਦਾਰ, ਤਹਿਸੀਲਦਾਰ, ਪਟਵਾਰੀ, ਵਾਹ ਭਰਵਾਂ ਜਲਸਾ ਹੋ ਗਿਆ। ਉਹ ਅੱਜ ਤਾਈਂ ਇਸੇ ਤਰ੍ਹਾਂ ਦੇ ਜਲਸੇ ਹੁੰਦੇ ਆਏ ਮਾਰਸ਼ਲ ਲਾਵਾਂ ਦੇ। ਹਾਂਜੀ, ਸਾਰੇ ਐਡਮਿਨਿਸਟ੍ਰੇਟਰਸ ਜਿਹੜੇ ਹਨ। ਉਹਦੇ ਬਾਅਦ ਫਾਤਮਾ ਜਨਾਹ ਦਾ ਜਲਸਾ ਹੋਇਆ। ਫਾਤਮਾ ਜਨਾਹ ਦੇ ਜਲਸੇ ਦੇ ਉੱਤੇ ਤੇ ਚੂੰਕਿ ਆਪੋਜੀਸ਼ਨ ਦਾ ਜਲਸਾ ਸੀ ਤੇ ਉਹ ਕੋਈ ਇਹੋ ਜਿਹਾ ਇੰਤਜ਼ਾਮ ਤੇ ਨਹੀਂ ਕਰ ਸਕਦੇ ਸਨ, ਲੇਕਿਨ ਉਹ 'ਚ ਇੰਨੀ ਕਵਾਮ ਆ ਗਈ ਕਿ ਉਹ ਇਰਦ ਗਿਰਦ ਦੀਆਂ ਸੜਕਾਂ ਭਰ ਗਈਆਂ, ਇੱਧਰੋਂ ਸ਼ਾਲਮੀ ਤੱਕ, ਉੱਧਰੋਂ ਕਰਾਊਨ ਬੱਸ ਦੇ ਅੱਡੇ ਤੱਕ, ਅਕਬਰੀ ਮੰਡੀ ਦੇ ਬਾਹਰ ਤੱਕ ਲੋਕੀ। ਔਰ ਉਸ ਦਿਨ ਧੁੰਮਾਂ ਪੈ ਗਈਆਂ। ਮਤਲਬ ਅਯੂਬ ਖਾਨ ਡਰ ਗਿਆ। ਅਯੂਬ ਖਾਨ ਦਾ ਨਿਸ਼ਾਨ ਸੀ ਗੁਲਾਬ ਦਾ ਫੁੱਲ, ਤੇ ਫਾਤਮਾ ਜਨਾਹ ਦਾ ਨਿਸ਼ਾਨ ਸੀ ਲਾਲਟੈਨ। ਇੱਕ ਹੋਰ ਤੁਹਾਨੂੰ ਮਜ਼ੇਦਾਰੀ ਗੱਲ ਦੱਸਾਂ ਇਸ ਇਲੈਕਸ਼ਨ ਦੀ, ਇਹਦੇ 'ਚ ਇੱਕ ਬੰਗਾਲੀ ਵੀ ਖਲੋਤਾ ਸੀ, ਉਹਨੇ ਵੀ ਕਾਗਜ਼ ਜਮ੍ਹਾਂ ਕਰਾਏ ਸਨ। ਉਹਦਾ ਨਾਂ ਤੇ ਮੈਨੂੰ ਯਾਦ ਨਹੀਂ, ਲੇਕਿਨ ਇੱਕ ਕਰਾਚੀ ਤੋਂ ਵੀ ਇੱਕ ਬੰਦਾ, ਉਹਨੇ ਵੀ ਕਾਗਜ਼ ਜਮ੍ਹਾਂ ਕਰਾਏ ਸਨ। ਉਹਦਾ ਕੋਈ ਨਾਂ ਸਦੀਕੀ ਸੀ। ਇੱਕ ਫਿਲਮ ਐਕਟਰਸ ਸੀ ਤਲਤ ਸਦੀਕੀ, ਉਹਦਾ ਖਾਵਨ ਸੀ ਉਹ। ਅੱਛਾ। ਉਹਨੇ ਵੀ ਮਤਲਬ ਆਰਫਾ ਤੇ ਨਾਹੀਦ ਦਾ ਪਿਓ, ਇਹਨਾਂ ਦਾ ਪਿਓ, ਉਹਨੇ ਵੀ ਇਲੈਕਸ਼ਨ 'ਚ ਕੁਛ ਮਤਲਬ ਕਿ ਉਹ 40-50 ਵੋਟ ਇਸ ਤਰ੍ਹਾਂ ਕਰਕੇ ਹੁੰਦੇ ਨਾ, ਕੁਛ ਵੋਟਰ ਜਿਹੜੇ ਕਿ ਦੋਵਾਂ ਨੂੰ ਲਾਈਕ ਨਹੀਂ ਕਰਦੇ ਜਾਂ ਨੌਨ ਅਲਾਈਨਡ ਜੇ ਜਾਂ ਐਵੇਂ ਮਾਹੌਲ ਦੇ ਵਿੱਚ। ਅਯੂਬ ਖਾਨ ਹੀ ਉਹਨੂੰ ਖਿਲਾਰਿਆ ਹੋਏ। ਇਹ ਤਾਂ ਕੁਛ ਕਹਿ ਨਹੀਂ ਸਕਦੇ, ਕਿਉਂਕਿ ਉਹ ਸਰਕਾਰੀ ਮੁਲਾਜ਼ਮ ਰਿਹਾ ਸੀ, ਉਹ ਸਰਕਾਰੀ ਸਟੈਨੋਗ੍ਰਾਫਰ ਸੀ ਤੇ ਉੱਥੋਂ ਰਿਟਾਇਰ ਹੋਇਆ ਸੀ। ਅੱਗੇ ਚਲੀਏ, ਮੇਰਾ ਖਿਆਲ ਹੈ ਅਸੀਂ ਭੁੱਟੋ ਤੇ ਆਨੇ ਆ, ਕਿਉਂਕਿ ਜਿਹੜੀ ਜਿਤਨੀ ਸਪੋਰਟ ਭੁੱਟੋ ਨੂੰ ਮਿਲੀ ਹੈ ਦਰੂਨ ਤੋਂ ਤੇ ਉਂਝ ਪੂਰੇ ਲਾਹੌਰ ਤੋਂ, ਇੰਨੀ ਕਦੀ ਤਾਰੀਖ ਵਿੱਚ ਕਿਸੇ ਨੂੰ ਇਸ ਤਰ੍ਹਾਂ ਨਹੀਂ ਮਿਲੀ। ਪੀਪਲਸ ਪਾਰਟੀ ਦਾ ਜੋ ਅਰੂਜ ਰਿਹਾ, ਇਸ ਬਾਰੇ ਵੀ ਕੁਝ ਦੱਸੋ। ਪੀਪਲਸ ਪਾਰਟੀ ਨੇ ਤੇ ਜੀ ਲਾਹੌਰ ਪੀਪਲਸ ਪਾਰਟੀ ਦਾ ਸੀ, ਇੱਥੇ ਹੋਰ ਕਿਸੇ ਪਾਰਟੀ ਦਾ ਵਜੂਦ ਨਹੀਂ ਸੀ। ਜਦੋਂ ਭੁੱਟੋ ਨੇ ਪਾਰਟੀ ਅਨਾਉਂਸ ਕੀਤੀ ਹੈ, ਸਟੇਸ਼ਨ ਆਇਆ ਪਹਿਲੀ ਵਾਰੀ ਪਿੰਡੀ ਤੋਂ ਜਦੋਂ ਤੇ ਲਾਹੌਰ ਰੇਲਵੇ ਸਟੇਸ਼ਨ ਭਰਿਆ ਹੋਇਆ ਸੀ, ਹਜ਼ਾਰਾਂ ਲੋਕੀ ਉਹਦੇ ਇਸਤਕਬਾਲ ਵਾਸਤੇ ਉੱਥੇ ਸਨ। ਉੱਥੇ ਮੈਨੂੰ ਯਾਦ ਹੈ ਉਹਨੇ ਆਪਣਾ ਕੋਟ ਲਾ ਕੇ ਤੇ ਕਰਾਊਡ ਦੇ ਵਿੱਚ ਸੁੱਟਿਆ, ਲੋਕੀ ਨਾਅਰੇ ਮਾਰਨ। ਉਹਨੇ ਨਾਅਰਾ ਰੋਟੀ ਕੱਪੜਾ ਔਰ ਮਕਾਨ ਐਸਾ ਨਾਅਰਾ ਦਿੱਤਾ ਸੀ ਕਿ ਹਰ ਬੰਦਾ ਹੀ ਉਹਦੇ ਪਾਸੇ ਟੁਰ ਗਿਆ ਸੀ। ਤੇ ਉਹ ਅਜੀਬੋ ਗਰੀਬ ਜਿਹਾ ਮਾਹੌਲ ਸੀ। ਉਹ ਜਿੱਥੇ ਜਾਂਦਾ ਸੀ ਉਹਦੇ ਪਿੱਛੇ ਪਬਲਿਕ ਹੁੰਦੀ ਸੀ, ਔਰ ਤੜਾ ਤੜ ਲੋਕੀ ਜਿਹੜੇ ਨੇ ਨਾ ਉਹ ਪੀਪਲਸ ਪਾਰਟੀ ਸ਼ਾਮਲ ਹੋ ਰਹੇ ਸਨ। ਲੇਕਿਨ ਉਹਦੇ ਮੁਕਾਬਲੇ ਦੇ ਉੱਤੇ ਉਦੋਂ ਬਹੁਤ ਜ਼ਿਆਦਾ ਰੈਜ਼ਿਸਟੈਂਸ ਜਿਹੜੀ ਮਿਲ ਰਹੀ ਸੀ ਨਾ ਪੀਪਲਸ ਪਾਰਟੀ ਨੂੰ, ਲੋਕਾਂ ਨੂੰ, ਉਹ ਮਿਲ ਰਹੀ ਸੀ ਜਮਾਤ ਇਸਲਾਮੀ ਕੋਲੋਂ।
ਲਾਹੌਰ ਦੀ ਜਿੰਨੀ ਐਲੀਟ ਕਲਾਸ ਸੀ ਨਾ, ਹੂੰ ਉਹ ਸਾਰੀ ਜਮਾਤ ਇਸਲਾਮੀ ਸੀ। ਹੂੰ ਜਮਾਤ ਇਸਲਾਮੀ ਨੂੰ ਸਪੋਰਟ ਕਰਦੀ ਸੀ, ਪੈਸੇ ਵੀ ਦਿੰਦੇ ਯਾਨੀ ਸਨ। ਕਲਾਸ ਜਿਹੜੀ ਹੈ ਜਮਾਤ ਨੂੰ ਸਪੋਰਟ ਕਰ ਰਹੀ, ਜਮਾਤ ਇਸਲਾਮੀ ਨੂੰ ਸਪੋਰਟ ਕਰਦੀ ਸੀ। ਜਿਹੜਾ ਮਾੜਾ ਮੇਲ ਹੈ, ਨਿਤਾਣਾ ਮੇਲ ਹੈ, ਉਹ ਉਹ ਪੀਪਲਸ ਆਮ ਪਾਰਟੀ ਨੂੰ ਬੰਦਾ support ਜਿਹਦੇ ਕਰ ਰਿਹਾ। ਪੈਰਾਂ 'ਚ ਜੁੱਤੀ ਨਹੀਂ, ਹਾਂ ਉਹ ਪਟੋ ਹੀ ਕਰਦਾ ਸੀ ਉਹ। ਤੇ ਭੁੱਟੋ ਨੇ ਤੇ ਇੱਕ ਅਜੀਬ ਜਿਹਾ ਇੱਕ ਮਾਹੌਲ ਬਣਾ ਦਿੱਤਾ ਸੀ ਜੀ ਸਿਆਸਤ ਦਾ। ਸਿਆਸਤ ਹੀ ਉਹਨੇ ਉਲਟਾਤੀ ਸੀ ਸਾਰੀ, ਭੁੱਟੋ ਨੇ। ਅਸੀਂ ਜ਼ਰਾ ਹੁਣ ਸਿਆਸਤ ਤੋਂ ਜ਼ਰਾ ਦੁਰਾਡੇ ਹੁੰਨੇ ਆ ਤੇ ਥੋੜੀ ਜੀ ਮਿਊਜ਼ਿਕ ਦੀ ਗੱਲ ਕਰਨੇ ਆ। ਕੋਈ ਬੈਂਡ ਵਾਲੇ ਵਾਜੇ ਵਾਲੇ ਵੀ ਇੱਥੇ ਬਹੁਤ ਹੁੰਦੇ ਹਨ ਅੰਦਰੂਨ ਦੇ ਵਿੱਚ, ਉਹਨਾਂ ਬਾਰੇ ਦੱਸੋ। ਹਾਂ ਜੀ, ਸੁਣਿਆ ਬੜੇ ਮੁਕਾਬਲੇ ਹੁੰਦੇ ਹਨ ਇਸ ਜ਼ਮਾਨੇ। ਬੈਂਡ ਤੇ ਜੀ ਬਰਾਸ ਬੈਂਡ ਜਿਹੜਾ ਨਾ ਲਾਹੌਰ, ਇਹ ਮਸ਼ਹੂਰ ਸੀ। ਇਹ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲਦਾ ਆ ਰਿਹਾ ਸੀ। ਕਈ ਸਨ ਵੈਸੇ, ਲੇਕਿਨ 3 ਬਹੁਤੇ ਮਸ਼ਹੂਰ ਸਨ। ਇੱਕ ਸੋਹਣੀ ਕਸ਼ਮੀਰੀ ਬਾਜ਼ਾਰ ਦੇ ਵਿੱਚ ਸੀ ਸੋਹਣੀ ਬੈਂਡ, ਇੱਕ ਬਾਊ ਬੈਂਡ ਰੰਗ ਮਹਿਲ ਚੌਂਕ ਵਿੱਚ, ਤੇ ਇੱਕ ਪਾਣੀ ਵਾਲੇ ਤਲਾਅ ਆਲਮਗੀਰ। ਅਜੀਬ ਗੱਲ ਹੈ ਵੇ ਕਿ ਉਸ ਵਕਤ ਇਹ ਤਿੰਨੇ ਹੀ ਮਾਸਟਰ ਹੈਗੇ ਸਨ ਕਲਾਰਨਟ ਵਜਾਉਣ ਦੇ। ਅੱਛਾ। ਔਰ ਇਹ ਬਿਲਕੁਲ ਕੋਲ ਸਨ ਤਿੰਨੇ ਹੀ। ਤੇ ਜੰਜਾਂ ਉਦੋਂ ਹੁੰਦੀਆਂ ਸਨ ਛੁੱਟੀਆਂ ਵਾਲੇ ਦਿਨ, ਆਬਾਦੀ ਘੱਟ ਸੀ। ਜਿਵੇਂ ਨਹੀਂ ਆ ਇਤਵਾਰ ਨੂੰ ਬਰਾਤ ਹੋਣੀ, ਤੇ ਲੇਕਿਨ ਇਹਨਾਂ ਦੀ ਬੁਕਿੰਗ ਪਹਿਲੇ ਕਰਦੇ ਸਨ। ਉਹ ਕਈ ਜਗ੍ਹਾ ਦੇ ਉੱਤੇ ਇੱਕ ਬਰਾਤ ਨੇ ਸੋਹਣੀ ਨੂੰ ਕੀਤਾ ਹੈ, ਦੂਜੇ ਨੇ ਬਾਊ ਬੈਂਡ ਕੀਤਾ ਹੋਇਆ। ਅੱਛਾ। ਕਈ ਜਗ੍ਹਾ ਦੇ ਉੱਤੇ ਇਹਨਾਂ ਦਾ ਆਪਸ ਚ ਟਾਕਰਾ ਹੋ ਗਿਆ। ਅੱਛਾ। ਹੁਣ ਉਹ ਦੋਵੇਂ ਹੀ ਜਿਹੜੇ ਨੇ ਉਹ ਕਲਾਸੀਕਲ ਜਾਣਦੇ ਸਨ, ਤੇ ਲਾਹੌਰ ਦੇ ਲੋਕ ਵੀ ਬੜੇ ਕੰਨ ਰਸੀਏ, ਬੜੇ ਅੱਛੇ ਸੁਣਵਈਏ। ਲੋਕਾਂ ਨੇ ਫਰਮੈਸ਼ਾਂ ਕਰ ਕਰਕੇ ਤੇ ਉਹਨਾਂ ਕੋਲ ਸੁਣਨਾ ਕਿ ਜੀ ਫਲਾਣਾ ਗਾਣਾ ਸੁਣਾਓ, ਫਲਾਣਾ ਰਾਗ ਛੇੜੋ। ਤੇ ਉਹ ਕਈ ਘੰਟੇ ਉਹਨਾਂ ਦੇ ਮੁਕਾਬਲੇ ਮਤਲਬ ਆਮਣੇ ਸਾਹਮਣੇ ਖਲੋਤੇ ਨੇ। ਜੰਜਾਂ ਵੀ ਲੇਟ ਹੋਈਆਂ ਸੁਣਿਆ ਕਈ ਵਾਰੀ। ਅੱਛਾ। ਮਤਲਬ ਹੁਣ ਉਹ ਦੋਵੇਂ ਨਹੀਂ ਹਟ ਰਹੇ, ਪਰ ਲੋਕ ਤੇ ਸਵਾਦ ਹੀ ਲੈਂਦੇ ਹੋਣੇ, ਲੋਕੀ ਉਹ ਭੀੜਾਂ ਜਮਾ ਹੋ ਜਾਂਦੀਆਂ ਸਨ। ਫਿਰ ਜੰਜਾਂ ਦੇ ਵਿੱਚ ਨਾਲ ਇਹਨਾਂ ਦੀ ਕੰਪੋਜੀਸ਼ਨ ਹੁੰਦੀ ਸੀ, 8 ਬੰਦਿਆਂ ਦਾ ਬੈਂਡ ਕੇ 12 ਦਾ ਕਿ 20 ਦਾ, ਨੰਬਰ ਆਫ ਪੀਪਲ। ਉਸ ਹਿਸਾਬ ਨਾਲ ਇਹਨਾਂ ਦੇ ਬਾਊ ਬੈਂਡ ਜਿਹੜਾ ਸੀ ਨਾ, ਇਹ ਅੰਗਰੇਜ਼ਾਂ ਦੇ ਜ਼ਮਾਨੇ ਦਾ ਸੀ। ਅੱਛਾ। ਤੇ ਮੇਰਾ ਖਿਆਲ ਇਹ 27 ਸੀ। ਅੱਛਾ। ਇਹ ਕੋ ਬਾਊ ਜਿਹੜਾ ਇਹਨਾਂ ਦਾ ਸੀਨੀਅਰ ਸੀ ਨਾ, ਜਿਨੇ ਇਹ ਬੈਂਡ ਲਾਹੌਰ 'ਚ ਸ਼ੁਰੂ ਕੀਤਾ ਸੀ ਪਾਕਿਸਤਾਨ ਬਣਨ ਤੋਂ ਪਹਿਲੇ, ਇਹ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਵੀ ਬੈਂਡ ਵਜਾਉਂਦਾ ਰਿਹਾ। ਕਿਉਂਕਿ ਮੈਂ ਇਹਦੀ ਵੱਡੀ ਜੀ ਇੱਕ ਫੋਟੋ ਦੇਖੀ ਇਹਦੇ ਦਫ਼ਤਰ, ਉਹ ਕੋਈ ਬੈਜ ਬੂਜ ਲੱਗੇ ਨੇ ਇਹਨੂੰ। ਲੇਕਿਨ ਸੋਹਣੀ ਤੇ ਆਲਮਗੀਰ ਜਿਹੜੇ ਨੇ ਨਾ, ਇਹ ਖਾਨ ਸਾਹਿਬ ਸਨ, ਇਹ ਢਾਡੀ ਸਨ। ਅੱਛਾ। ਲੇਕਿਨ ਬਾ ਕਮਾਲ ਫਨਕਾਰ ਸਨ ਦੋਵੇਂ। ਅੱਛਾ, ਅਸੀਂ ਮਿਊਜ਼ਿਕ ਦੀ ਗੱਲ ਕਰ ਰਹੇ ਹਾਂ ਤੇ ਫਿਲਮ ਇੰਡਸਟਰੀ ਦੀ ਵੀ ਗੱਲ ਕਰ ਰਹੀ ਹੈ। ਉਸ ਜ਼ਮਾਨੇ ਫਿਲਮ ਇੰਡਸਟਰੀ ਤੇ ਬੜੀ ਅਰੂਜ ਤੇ ਰਹੀ ਹੈ। ਫਿਲਮ ਇੰਡਸਟਰੀ ਤੇ ਫਿਲਮਾਂ ਬਣ ਰਹੀਆਂ ਹਨ, ਪੰਜਾਬੀ ਦੀਆਂ ਵੀ, ਉਰਦੂ ਦੀਆਂ ਵੀ। ਤੇ ਫਿਲਮਾਂ ਦੀ ਅਗਰ ਤੁਸੀਂ ਪੂਰੀ ਤਾਰੀਖ ਫੋਲੋ ਸਬ ਕੰਟੀਨੈਂਟ ਦੀ, ਤੇ ਫਿਲਮ ਇੰਡਸਟਰੀ ਦੇ 2 ਹੀ ਮਰਕਜ਼ ਸਨ, ਇੱਕ ਕਲਕੱਤਾ ਤੇ ਇੱਕ ਲਾਹੌਰ। ਬੰਬੇ ਬਹੁਤ ਦੇਰ ਬਾਅਦ ਸਟੈਬਲਿਸ਼ ਹੋਇਆ ਹੈ। ਇਹ ਕਲਕੱਤਾ ਤੇ ਲਾਹੌਰ, ਇਹ 2 ਹੀ ਵੱਡੇ ਸ਼ਹਿਰ ਸਨ ਜਿੱਥੇ ਕਿ ਫਿਲਮ ਬਣਦੀ ਸੀ। ਇੱਥੇ ਖਾਮੋਸ਼ ਫਿਲਮਾਂ ਬਣੀਆਂ। ਖਾਮੋਸ਼ ਫਿਲਮਾਂ ਦੇ ਵਿੱਚ ਮੇਰੇ ਦਾਦੇ ਨੇ ਵੀ ਕੰਮ ਕੀਤਾ 5-6 ਫਿਲਮਾਂ 'ਚ। ਮਾਸਟਰ ਅਹਿਮਦੀਨ। ਅੱਛਾ, ਮਾਸਟਰ ਅਹਿਮਦੀਨ ਦਰਜ਼ੀਆਂ ਦਾ ਕੰਮ ਕਰਦਾ ਸੀ, ਲੇਕਿਨ ਬੜਾ ਮੋਟਾ ਸੀ ਤੇ ਕਾਮੇਡੀ ਰੋਲ ਕਰਦਾ ਸੀ। ਅੱਛਾ। ਤੇ ਸਾਰੀਆਂ ਹੀ ਚੁੱਪ ਫਿਲਮਾਂ ਵਿੱਚ ਕੰਮ ਕੀਤਾ? ਹਾਂ, ਚੁੱਪ। ਮੇਰਾ ਖਿਆਲ ਕੋਈ ਘਾਟਾ ਹੋਏਗਾ ਉਹਦੇ ਬੋਲਣ ਦੇ ਵਿੱਚ, ਕਿਉਂਕਿ ਜਦੋਂ ਫਿਰ ਟਾਕੀ ਮੂਵੀ ਸ਼ੁਰੂ ਹੋਈ ਹੈ, ਬੋਲਣ ਵਾਲੀਆਂ ਫਿਲਮਾਂ, ਫਿਰ ਉਹਨੇ ਕੰਮ ਨਹੀਂ ਕੀਤਾ। ਮੇਰੇ ਦਾਦੇ ਦਾ ਜੋਟੀਵਾਲ ਸੀ ਭਾ ਇਸਮਾਈਲ, M ਇਸਮਾਈਲ। ਉਹਨੇ ਬਹੁਤ ਦੇਰ ਬਾਅਦ ਤੱਕ ਪਾਕਿਸਤਾਨ ਦੀਆਂ ਬੇਸ਼ੁਮਾਰ ਫਿਲਮਾਂ 'ਚ ਕੰਮ ਕੀਤਾ, ਪੰਜਾਬੀਆਂ 'ਚ ਵੀ। M ਇਸਮਾਈਲ ਨੇ। ਪੰਜਾਬੀ ਫਿਲਮ ਜ਼ਿਆਦਾ ਮਸ਼ਹੂਰ ਆਈ ਕਿ ਉਰਦੂ? ਨਹੀਂ, ਫਿਲਮਾਂ ਇੱਥੇ ਤੇ ਲਾਹੌਰ ਦੇ ਵਿੱਚ ਤੇ ਪੰਜਾਬੀ ਫਿਲਮਾਂ ਹੀ ਚੱਲੀਆਂ ਜੀ। ਸਿਲਵਰ ਜੂਬਲੀ, 골ਡਨ ਜੂਬਲੀ ਫਿਲਮਾਂ, ਪੰਜਾਬੀ ਫਿਲਮਾਂ ਦਾ ਰਾਜ ਰਿਹਾ ਜੀ ਇੱਥੇ। ਉਰਦੂ ਫਿਲਮਾਂ ਵੀ ਚੱਲਦੀਆਂ ਸਨ, ਲੇਕਿਨ ਉਸ ਤਰ੍ਹਾਂ ਨਹੀਂ। ਉਰਦੂ ਫਿਲਮਾਂ ਦੀ ਮਾਰਕੀਟ ਵੱਡੀ ਸੀ ਕਰਾਚੀ। ਕਰਾਚੀ ਪਹਿਲੇ ਫਿਲਮ ਲੱਗਦੀ ਸੀ,
ਫਿਰ ਕੋ 2-3 ਹਫ਼ਤੇ ਦੇ ਬਾਅਦ ਲਾਹੌਰ ਲੱਗਦੀ ਸੀ। ਲੇਕਿਨ ਪੰਜਾਬੀ ਫਿਲਮ ਸਭ ਤੋਂ ਵੱਡਾ ਸਰਕਟ ਹੀ ਪੰਜਾਬ ਸੀ। ਇੱਥੇ ਲਾਹੌਰ, ਸ਼ੇਖੂਪੁਰਾ, ਫੈਸਲਾਬਾਦ, ਸਾਹੀਵਾਲ, ਮੁਲਤਾਨ ਤੱਕ ਛੋਟੇ ਛੋਟੇ ਸ਼ਹਿਰਾਂ 'ਚ ਛੋਟੇ ਛੋਟੇ ਸਿਨੇਮੇ। ਲਾਹੌਰ ਦੇ ਵਿੱਚ ਇੱਕ ਫਿਲਮ ਕੋਈ ਜਿਹੜੀ ਨਵੀਂ ਲੱਗਦੀ ਸੀ ਉਹ ਕੋਈ 10-11 ਸਿਨੇਮਿਆਂ 'ਚ ਲੱਗਦੀ ਸੀ। ਇਸ ਬੜਾ ਫਿਲਮ ਕਲਚਰ ਤੇ ਇੱਥੇ ਬੜਾ ਰਿਹਾ ਬਹੁਤ ਜੀ। ਲੋਕਾਂ ਨੇ ਜਾਣਾ, ਬੜੇ ਇਤਮਾਮ ਨਾਲ ਸਿਨੇਮੇ ਘਰ ਜਾਣਾ, ਫਿਲਮ ਤੇ ਜਾਣਾ ਜਿਹੜਾ ਨਾ ਜੀ ਇੱਕ ਇਵੈਂਟ ਹੁੰਦਾ ਸੀ। ਮਤਲਬ ਲੋਕੀ ਤਿਆਰ ਹੋ ਕੇ ਕੱਪੜੇ ਬਦਲ ਕੇ ਫੈਮਲੀਆਂ ਜਾ ਰਹੀਆਂ ਨੇ। ਐਡਵਾਂਸ ਬੁਕਿੰਗ ਦਾ ਰਿਵਾਜ ਪਿਆ। ਫਿਰ ਫਿਲਮਾਂ ਦੀ ਮਤਲਬ ਮਸ਼ਹੂਰੀ ਪਹਿਲੇ ਹੋ ਜਾਂਦੀ ਸੀ ਤੇ ਉਹ ਲੋਕਾਂ ਨੂੰ ਚਾਹ ਹੁੰਦਾ ਸੀ ਕਿ ਯਾਰ ਇਹ ਫਲਾਣੇ ਅਕਮਲ ਦੀ ਇਹ ਫਿਲਮ ਆ ਰਹੀ ਹੈ, ਇਹਦੀ ਐਡਵਾਂਸ ਬੁਕਿੰਗ ਕਰਾ ਲਓ। ਬਾਅਦ ਚ ਬਹੁਤ ਹੀ ਮਸ਼ਹੂਰ ਹੀਰੋ ਰਿਹਾ ਅਕਮਲ ਤੇ ਜੀ ਪੰਜਾਬੀ ਫਿਲਮਾਂ ਦਾ ਦਲੀਪ ਕੁਮਾਰ ਕਹਿੰਦੇ ਸਨ ਉਹਨੂੰ। ਅਕਮਲ ਤੇ ਮਦਰ ਸ਼ਾਹ ਦੀ ਜੋੜੀ ਸੀ, ਹੀਰੋ ਤੇ ਵਿਲਨ। ਤੇ ਹੀਰੋਇਨ ਕਿਹੜੀ ਪਪੂਲਰ ਉਸ ਜ਼ਮਾਨੇ ਜ਼ਿਆਦਾ ਰਹੀ ਹੈ? ਨੀਲੋ ਡਾਂਸ ਬੜਾ ਅੱਛਾ ਕਰਦੀ ਸੀ। ਮੁਸਰਤ ਨਜ਼ੀਰ। ਫਿਰ ਜਦੋਂ ਅਕਮਲ ਪਪੂਲਰ ਹੋਣਾ ਸ਼ੁਰੂ ਹੋਇਆ ਫਿਰ ਇਹਨਾਂ ਨਗਮਾ ਤੇ ਫਿਰਦੌਸ ਫਿਰ ਇਹਨਾਂ ਨੇ ਬਹੁਤਾ ਕੰਮ ਕੀਤਾ ਅਕਮਲ ਦੇ ਨਾਲ। ਫਿਰਦੌਸ ਦੀ ਬੜੀ ਜੋੜੀ ਰਹੀ ਹੈ। ਇਜਾਜ਼ ਨਾਲ ਵੀ ਰਹੀ ਹੈ। ਉਹ ਅਕਮਲ ਦੇ ਬਾਅਦ ਫਿਰ ਇਜਾਜ਼ ਰਹੀ ਹੈ। ਠੀਕ ਹੈ। ਇਜਾਜ਼ ਦੀ ਵੀ ਇੱਕ ਅਜੀਬ ਕਹਾਣੀ ਹੈ ਕਿ ਇਜਾਜ਼ ਦੀ ਇੱਕ ਫਿਲਮ ਸੀ ਮਿਰਜ਼ਾ ਜੱਟ, ਬੜੀ ਮਸ਼ਹੂਰ ਹੋਈ ਸੀ। ਮਸੂਦ ਪਰਵੇਜ਼ ਸਾਹਿਬ ਨੇ ਬਣਾਈ ਸੀ। ਮਿਰਜ਼ਾ ਜੱਟ 'ਚ ਪਹਿਲੇ ਅਕਮਲ ਸੀ ਫਿਰਦੌਸ ਦੇ ਨਾਲ। ਉਹ ਫਿਲਮ ਦੀ ਕੋਈ ਸ਼ੂਟਿੰਗ ਹੋਈ ਸੀ ਤੇ ਉਹ ਅਕਮਲ ਮਰ ਗਿਆ। ਅੱਛਾ। ਤੇ ਉਹ ਫਿਰ ਇਜਾਜ਼ ਨੂੰ ਲਿਆ ਗਿਆ ਔਰ ਇਜਾਜ਼ ਦੀ ਸਭ ਤੋਂ ਵੱਡੀ ਸਿਫਾਰਿਸ਼ ਸੀ ਨੂਰ ਜਹਾਂ। ਉਹ ਨੂਰ ਜਹਾਂ ਦੇ ਗਾਣੇ ਬੜੇ ਉਦੋਂ ਪਪੂਲਰ ਹੋਣੇ ਸ਼ੁਰੂ ਹੋ ਗਏ ਸਨ ਪੰਜਾਬੀ ਦੇ। ਤੇ ਨੂਰ ਜਹਾਂ ਨੇ ਇਹ ਸ਼ਰਤ ਲਾਤੀ ਸੀ ਕਿ ਮੈਂ ਫਿਲਮ 'ਚ ਗਾਣੇ ਤਾਂ ਗਾਵਾਂਗੀ ਜੇ ਇਜਾਜ਼ ਨੂੰ ਹੀਰੋ ਲਓ। ਇਜਾਜ਼ ਨੂੰ ਬੇਸ਼ੁਮਾਰ ਫਿਲਮਾਂ ਇਸ ਵਜ੍ਹਾ ਤੋਂ ਮਿਲੀ, ਨੂਰ ਜਹਾਂ ਦੀ ਵਜ੍ਹਾ ਤੋਂ ਮਿਲੀਆਂ ਨੇ। ਫਿਰ ਹੀਰ ਰਾਂਝਾ ਤੇ ਉਹਦੀ ਬੜੀ ਹਿੱਟ ਹੋਈ। ਹਾਂਜੀ। ਇਹ ਇਜਾਜ਼ ਨੇ ਇੱਕ ਪੰਜਾਬ ਪਿਕਚਰਸ ਬਣਾਇਆ ਸੀ ਜੀ ਅਦਾਰਾ। ਉਹਦੇ 'ਚ ਖੁਰਸ਼ੀਦ ਅਨਵਰ ਮਿਊਜ਼ਿਕ ਡਾਇਰੈਕਟਰ, ਮਸੂਦੁਰ ਰਹਿਮਾਨ ਫੋਟੋਗ੍ਰਾਫਰ, ਅਹਿਮਦ ਰਾਈ ਰਾਈਟਰ, ਮਸੂਦ ਪਰਵੇਜ਼ ਡਾਇਰੈਕਟਰ ਤੇ ਇਜਾਜ਼ ਆਪ ਪ੍ਰੋਡਿਊਸਰ। ਇਹ ਕੰਪੋਜੀਸ਼ਨ ਸੀ। ਰਾਇਲ ਪਾਰਕ ਉਹਦਾ ਦਫ਼ਤਰ ਸੀ। ਠੀਕ ਹੈ। ਉਹ ਇਹ ਪਰਮਾਨੈਂਟ ਬੰਦੇ ਸਨ ਪੰਜਾਬ ਪਿਕਚਰਸ ਨਾਲ ਜੁੜੇ। ਅੱਛਾ, ਇਸ ਜ਼ਮਾਨੇ ਪਹਿਲਵਾਨੀ ਵੀ ਬੜੀ ਰਹੀ ਹੈ ਤੇ ਬੜੇ ਪਹਿਲਵਾਨ ਪੈਦਾ ਹੋਏ ਤੇ ਖਾੜੇ ਬੜੇ ਹੋਏ ਲਾਹੌਰ ਵਿੱਚ। ਉਹਨਾਂ ਦੇ ਬਾਰੇ ਕੋਈ ਦੱਸੋ। ਖਾੜੇ ਤੇ ਲਾਹੌਰ 'ਚ ਬੇਸ਼ੁਮਾਰ ਸਨ ਜੀ। ਲਾਹੌਰ ਭਲਵਾਨੀ 'ਚ ਬੜਾ ਨਾਂ ਪੈਦਾ ਕੀਤਾ ਲਾਹੌਰ ਨੇ। ਇੱਥੇ ਸਾਰਿਆਂ ਤੋਂ ਵੱਡਾ ਖਾੜਾ ਸੀ ਜੀ ਵਿਆਮਸ਼ਾਲੇ। ਅੱਛਾ। ਇਹ ਜਿਹੜੇ ਭੋਲੂ ਹੋਰੀ ਸਨ, ਭੋਲੂ ਫੈਮਿਲੀ, ਇਹ ਆਏ। ਇਹ ਇਮਾਮ ਬਖਸ਼ ਤੇ ਗਾਮਾ ਭਲਵਾਨ ਰੁਸਤਮ ਸਮਾਜ ਇਹਨੂੰ ਕਹਿੰਦੇ ਨੇ। ਇਹਨਾਂ ਦੀਆਂ ਔਲਾਦਾਂ। ਇਹਨਾਂ ਨੇ ਇਮਾਮ ਬਖਸ਼ ਹੋਰਾਂ ਜ਼ਮਾਨੇ 'ਚ ਇਹ ਅਖਾੜਾ ਬਣ ਗਿਆ ਸੀ, ਸ਼ੁਰੂ ਹੋ ਗਿਆ ਸੀ। ਤੇ ਇੱਕ ਖਲੀਫਾ ਅਹਿਮਦੀਨ ਦਾ ਅਖਾੜਾ ਹੁੰਦਾ ਸੀ ਲੁਹਾਰੀ ਗੇਟ ਨੇਮਤਕਦਾ ਹੋਟਲ ਦੇ ਪਿੱਛੇ। ਇੱਕ ਹੈ ਨੂਰ ਗਲੀ ਦੇ ਵਿੱਚ ਹੁੰਦਾ ਸੀ ਭੰਮੇ ਚੂੜੀਗਰ ਦਾ। ਮਜ਼ੰਗ ਹੁੰਦਾ ਸੀ ਹਾਜੀ ਅਫਜ਼ਲ ਦਾ। ਨਵੇਂ ਬਾਜ਼ਾਰ ਸੀ ਸ਼ਹੀਦੇ ਭਲਵਾਨ ਦਾ। ਤੇ ਕਿਲੇ ਦੇ ਬਾਹਰ ਖਾਈ ਦੇ ਉੱਤੇ ਸੀ ਅੱਛੇ ਭਲਵਾਨ ਦਾ ਅਖਾੜਾ। ਇਹ ਲਾਹੌਰ ਦੇ ਮਸ਼ਹੂਰ ਅਖਾੜੇ ਸਨ। ਹੋਰ ਵੀ ਬੇਸ਼ੁਮਾਰ ਸਨ ਇਹ ਵੱਡੇ ਅਖਾੜੇ। ਅਖਾੜਿਆਂ ਦੀ ਇੱਕ ਖਾਸ ਗੱਲ ਇਹ ਸੀ ਕਿ ਅਖਾੜੇ ਕੁਸ਼ਤੀਆਂ ਅਰੇਂਜ ਕਰਾਉਂਦੇ ਸਨ ਠੇਕੇਦਾਰ। ਅੱਛਾ। ਉਹ ਠੇਕੇਦਾਰ ਕੋਈ ਜੋੜ ਆਪਸ ਦੇ ਵਿੱਚ ਕਿ ਫਲਾਣਾ ਭਲਵਾਨ ਫਲਾਣਾ ਨਾਲ ਲੜੇਗਾ। ਕਈ ਅਖਾੜਿਆਂ ਦੀ ਆਪਸ ਦੇ ਵਿੱਚ ਲੱਗਦੀ ਹੈ ਤੇ ਕਈਆਂ ਦੀ ਦੋਸਤੀ ਹੁੰਦੀ ਆਪਸ 'ਚ। ਉਹ ਜਿਨ੍ਹਾਂ ਨਾਲ ਦੋਸਤੀ ਹੁੰਦੀ ਨਾ ਉਹਨੂੰ ਕਹਿੰਦੇ ਨੇ ਦਫ ਹੈ ਕਿ ਇਹਨਾਂ ਨਾਲ ਫਲਾਣੇ ਅਖਾੜੇ ਨਾਲ ਸਾਡੀ ਦਫ ਹੈ। ਇਹਦਾ ਮਤਲਬ ਕਿ ਇਹਦੇ ਨਾਲ ਅਸੀਂ ਨਹੀਂ ਘੁਲਣਾ। ਤੇ ਇਹ ਭੋਲੂ ਹੋਰੀ ਜਿਹੜੇ ਨੇ ਇਹ ਬੜੇ ਚਲਾਕ ਤੇ ਸਿਆਸੀ ਭਲਵਾਨ ਸਨ। ਅੱਛਾ। ਇਹ 5 ਭਰਾ ਭੋਲੂ, ਅੱਛਾ, ਗੋਗਾ, ਅੱਕੀ ਤੇ ਆਜ਼ਮ,
ਇੱਕ ਹੋਰ ਇਹਨਾਂ ਦਾ ਭਰਾ ਹੁੰਦਾ ਸੀ, ਉਹ ਭਲਵਾਨ ਨਹੀਂ ਸੀ, ਉਹਦਾ ਨਾਂ ਸੀ ਹੱਸੂ ਕਾਣਾ। ਉਹ ਬਟੇਰੇ ਲੜਾਉਂਦਾ ਸੀ। ਉਹ ਉਂਝ ਹਲਕੀ ਫੁਲਕੀ ਜੀ ਬਦਮਾਸ਼ੀ ਕਰਦਾ ਸੀ, ਭਲਵਾਨ ਨਹੀਂ ਸੀ, ਲੇਕਿਨ ਆਪਣੇ ਭਰਾਵਾਂ ਦੇ ਸਿਰ ਦੇ ਉੱਤੇ ਐਵੇਂ ਹੀ ਜ਼ਰਾ ਦਰਸ਼ਨੀ ਭਲਵਾਨ ਜਿਹਾ ਬਣਿਆ ਸੀ ਹੱਸੂ ਕਾਣਾ। ਇਹ ਬੜੇ ਸਿਆਸੀ ਭਲਵਾਨ ਸਨ। ਇਹ ਸਰਕਾਰੀ ਦਰਬਾਰੇ ਇਹਨਾਂ ਦੀ ਬੜੀ ਸੁਣੀ ਜਾਂਦੀ ਸੀ, ਕਿਉਂਕਿ ਜਿਹੜੇ ਇਹਨਾਂ ਦੇ ਵਟਕੇ ਸਨ ਨਾ, ਗਾਮਾ ਭਲਵਾਨ ਤੇ ਮਾਮਬਖਸ਼ ਭਲਵਾਨ, ਉਹ ਰਿਆਸਤੀ ਭਲਵਾਨ ਸਨ ਪਟਿਆਲੇ ਦੇ। ਉੱਥੋਂ ਆਏ ਸਨ, ਰਾਜਾ ਉਹਨਾਂ ਨੂੰ ਪਾਲਦਾ ਸੀ, ਉਹਨਾਂ ਦੇ ਖਰਚ ਪਾਣੀ ਦਿੰਦਾ ਸੀ, ਤੇ ਉਹ ਇੱਥੇ ਆ ਗਏ। ਤੇ ਇੱਥੇ ਅਯੂਬ ਖਾਂ ਦੇ ਜ਼ਮਾਨੇ ਉਹਨਾਂ ਨੂੰ ਕਈ ਜ਼ਮੀਨਾਂ ਅਲਾਟ ਹੋਈਆਂ। ਅਖਾੜਾ ਵੀ ਉਦੋਂ ਅਲਾਟ ਹੋਇਆ, ਕਰਾਚੀ ਵੀ ਇੱਕ ਇਹਨਾਂ ਨੂੰ ਜ਼ਮੀਨ ਅਲਾਟ ਹੋਈ ਅਖਾੜੇ ਵਾਸਤੇ। ਤੇ ਇਹਨਾਂ ਦਾ ਫਿਰ ਹੋਰ ਰੰਗ ਬਦਲ ਗਿਆ। ਇਹ ਸਾਰਿਆਂ ਤੋਂ ਵੱਡਾ ਭਰਾ ਸੀ ਭੋਲੂ। ਕਈ ਲੋਕੀ ਸ਼ਾਇਦ ਮੇਰੀ ਗੱਲ ਨੂੰ ਨਾ ਮੰਨਣ, ਲੇਕਿਨ ਜੋ ਮੈਂ ਸੁਣਿਆ ਹੈ, ਭੋਲੂ ਨੇ ਇੱਕੋ ਹੀ ਕੁਸ਼ਤੀ ਲੜੀ ਤੇ ਭੋਲੂ ਨੇ ਉਹ 2.5 ਕੁਸ਼ਤੀ। ਉਸੇ ਨੇ ਉਹਨੂੰ ਦੁਬਾਰਾ ਚੈਲੰਜ ਕੀਤਾ ਭਲਵਾਨ ਨੇ, ਤੇ ਭੋਲੂ ਨੇ ਉਹਨਾਂ ਨਾਲ ਲੜਾਈ ਨਹੀਂ ਕੀਤੀ। ਹੁਣ ਇਹਨਾਂ ਦਾ ਹੁੰਦਾ ਸੀ ਕਿ ਕੋਈ ਭਲਵਾਨ ਜਿਹੜਾ ਭੋਲੂ ਨੂੰ ਚੈਲੰਜ ਕਰਦਾ ਸੀ ਨਾ, ਉਹ ਰੁਸਤਮੇ ਪਾਕਿਸਤਾਨ ਉਹਨੇ ਆਪਣੇ ਨਾਂ ਦੇ ਨਾਲ ਲਾ ਲਿਆ ਹੋਇਆ ਸੀ। ਕੋਈ ਉਹਨੂੰ ਚੈਲੰਜ ਕਰਦਾ ਸੀ ਨਾ, ਤੇ ਇਹ ਕਹਿੰਦੇ ਸਨ, ਉਹਦੇ ਭਰਾ ਜਿਹੜੇ ਸਨ ਨਾ, ਕਹਿੰਦੇ ਸਨ ਪਹਿਲੇ ਸਾਡੇ ਨਾਲ ਘੁੱਲ, ਸਾਨੂੰ ਢਾਹ, ਫਿਰ ਭੋਲੂ ਦੀ। ਹੁਣ ਪਹਿਲੇ ਸਭ ਤੋਂ ਪਹਿਲੇ ਤੁਸੀਂ ਆਜ਼ਮ ਨੂੰ ਢਾਓ, ਸਭ ਤੋਂ ਛੋਟੇ ਨੂੰ, ਫਿਰ ਅੱਕੀ ਨੂੰ ਢਾਓ, ਫਿਰ ਗੋਗੇ ਨੂੰ, ਫਿਰ ਅੱਛੇ ਨੂੰ, ਫਿਰ ਭੋਲੂ ਤੱਕ ਕੱਪੜੋ। ਤੇ ਇਹ ਹੈਗੇ ਬੜੇ ਰਫੜੀ ਸਨ। ਇਹ ਕੋਈ ਨਾ ਕੋਈ ਗੰਦ ਪਾ ਲੈਂਦੇ ਸਨ, ਰੱਫੜ ਪਾ ਕੇ ਉੱਥੇ ਰੌਲਾ ਪਵਾ ਕੇ, ਕਿਉਂਕਿ ਪੁਲਿਸ ਤੇ ਸਾਰਾ ਕੁਝ ਜਿਹੜਾ ਇਹਨਾਂ ਦੇ ਵਾਕਫੀਅਤ ਬੜੀ ਸੀ। ਸਰਕਾਰ ਵੀ ਇਹਨਾਂ ਦੀ ਸੁਣਦੀ ਸੀ। ਉੱਥੇ ਅੰਦਰੂਨ ਦੇ ਵਿੱਚ ਲੋਕਾਂ ਵਿਚਕਾਰ ਤੇ ਬੜਾ ਭਾਈਚਾਰਾ ਹੈ ਜੀ, ਤੇ ਲੋਕਾਂ ਦਾ ਮਿਲਣਾ ਮੇਲ ਮਿਲਾਪ ਬੜਾ ਹੀ ਸ਼ਾਨਦਾਰ ਆਈ। ਰੱਚੇ ਮਿੱਚੇ ਲੋਕ ਹਨ। ਤੇ ਕੋਈ ਖਾਸ ਪਾਤਰ ਹੋਣੇ ਜਿਨ੍ਹਾਂ ਦੇ ਨਾਲ ਤੁਸੀਂ ਮਿਲੇ ਹੋ, ਜਿਨ੍ਹਾਂ ਨਾਲ ਤੁਸੀਂ ਉੱਠੇ ਬੈਠੇ ਹੋ, ਉਹਨਾਂ ਦੇ ਬਾਰੇ ਕੁਝ ਦੱਸੋ। ਲੋਕਾਂ ਦੇ ਭਾਈਚਾਰੇ ਦੀ ਗੱਲ ਪਹਿਲੇ ਕਰ ਲਈਏ ਜੀ ਥੋੜੀ। ਠੀਕ ਹੈ। ਲਾਹੌਰ ਦਾ ਅਗਰ ਤੁਸੀਂ ਸਟਰਕਚਰ ਦੇਖੋ ਨਾ ਜੀ, ਆਰਕੀਟੈਕਚਰ, ਤੇ ਤੁਹਾਨੂੰ ਨਜ਼ਰ ਆਏਗਾ ਕਿ 1.5 ਗਜ਼ ਮੋਟੀਆਂ ਕੰਧਾਂ, ਛੋਟੀ ਇੱਟ ਦੀਆਂ, ਚੂਨੇ ਦੇ ਨਾਲ ਬਣੀਆਂ ਹੋਈਆਂ। ਹੁਣ ਬਹੁਤ ਸਾਰੇ ਅਗਰ ਤੁਸੀਂ ਅੱਜ ਜਾ ਕੇ ਵੇਖੋ ਅੰਦਰੂਨ ਸ਼ਹਿਰ, ਤੇ ਤੁਹਾਨੂੰ ਕੋਈ 40% ਮਕਾਨ ਐਸੇ ਲੱਗਣਗੇ ਕਿ ਇਹ ਢਹਿ ਕਿ ਕੋਈ ਇੰਜ ਵਿੰਗਾ ਹੋਇਆ, ਕੋਈ ਕੰਧ ਇਸ ਤਰ੍ਹਾਂ ਹੋਈ। ਉਹ ਡਿੱਗਦੇ ਕਿਉਂ ਨਹੀਂ? ਕਿ ਉਹ ਆਪਸ 'ਚ ਜੁੜੇ ਹੋਏ ਨੇ। ਉਹ ਜੁੜੇ ਹੋਣ ਦੀ ਵਜ੍ਹਾ ਨਾਲ ਉਹਨਾਂ 'ਚ ਇੰਨੀ ਸਟਰੈਂਥ ਹੈ ਕਿ ਉਹ ਡਿੱਗ ਹੀ ਨਹੀਂ ਸਕਦੇ ਉਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਕਿ ਇਹ ਡਿੱਗ ਪੈਣਗੇ। ਹੁਣ ਐਸੇ ਤਰ੍ਹਾਂ ਹੀ ਲਾਹੌਰ ਦੇ ਲੋਕ ਵੀ ਜੁੜੇ ਹੋਏ ਸਨ। ਉਹ ਕੰਧ ਦੇ ਨਾਲ ਕੰਧ ਸੀ। ਮਤਲਬ ਇਹ ਆਮ ਸੀਨ ਸੀ ਕਿ ਮੈਂ ਗੁੱਡੀ ਲੁੱਟਣ ਗਿਆ ਤੇ ਮਮਟੀ ਟੱਪ ਕੇ ਤੇ ਚੌਥੇ ਘਰ ਗਿਆ ਤੇ ਉੱਥੋਂ ਗੁੱਡੀ ਲੁੱਟ ਕੇ ਲੈ ਆਇਆ, ਕਿਉਂਕਿ ਟੱਪਣਾ ਹੁੰਦੀਆਂ ਸਨ। ਘਰ ਪ੍ਰਾਹੁਣੇ ਆ ਜਾਣੇ, ਨਾਲ ਦੇ ਘਰੋਂ ਇੱਕ ਮੰਜੀ ਘਟ ਗਈ ਹੈ, ਨਾਲ ਦੇ ਘਰੋਂ ਮੰਜੀ, ਉਹ ਛੱਤ ਦੇ ਉੱਤੋਂ ਮੰਜੀ ਚੁੱਕ ਤੇ ਇੱਧਰ ਲੈਣ ਦੀ। ਐਸੇ ਤਰ੍ਹਾਂ ਲੋਕਾਂ ਦਾ ਆਪਸ ਦੇ ਵਿੱਚ ਮੇਲ ਜੋਲ ਬਹੁਤ ਸੀ, ਕਿਉਂਕਿ ਇਹ ਸਾਰਾ ਅੰਦਰੂਨ ਸ਼ਹਿਰ ਜਿਹੜਾ ਨਾ, ਇਹ ਕੋਈ 3-3, 4-4, 5-5 ਨਸਲਾਂ ਤੋਂ ਇਕੱਠੇ ਰਹਿ ਰਹੇ ਸਨ। ਹਮਸਾਏ ਸਨ ਜਿਹੜੇ ਇੱਕ ਦੂਜੇ ਦੇ ਘਰ ਆਉਣ ਜਾਣ, ਆਪਸ 'ਚ ਰਿਸ਼ਤੇਦਾਰੀਆਂ ਹੋਈਆਂ। ਫਿਰ ਇੰਨੀ ਮੇਲ ਮੁਲਾਕਾਤ, ਇੰਨਾ ਪਿਆਰ ਮੁਹੱਬਤ ਸੀ। ਮੈਨੂੰ ਯਾਦ ਹੈ ਸਾਡੇ ਸਾਹਮਣੇ ਲਾਲਾ ਰਹਿੰਦਾ ਸੀ। ਉਹ ਲਾਲੇ ਦੀਆਂ ਜਦੋਂ ਧੀਆਂ ਵਿਆਹੀਆਂ ਗਈਆਂ ਸਾਂਦੇ, ਤੇ ਅਸੀਂ ਉਹਨਾਂ ਦੇ ਸਹੁਰਿਆਂ ਦੇ ਘਰ ਜਾਂਦੇ ਹੁੰਦੇ ਸਾਂ। ਮੈਂ ਆਪਣੀ ਮਾਂ ਨਾਲ ਜਾਂਦਾ ਰਿਹਾ। ਮਤਲਬ ਉਹ ਆਪਣੇ ਰਿਸ਼ਤੇਦਾਰਾਂ ਮਕਣਾ ਹੀ ਹੁੰਦੇ ਸਨ ਸਾਰੇ। ਫਿਰ ਘਰ ਦੇ ਆਮ ਖਾਣੇ ਤੇ ਪੱਕਦਾ ਨਾ, ਘਰ ਜੋ ਵੀ ਤੁਸੀਂ ਰੋਜ਼ ਖਾਣਾ ਹੁੰਦਾ। ਕਿਸੇ ਦਿਨ ਤੁਸੀਂ ਕੋਈ ਖਾਸ ਰੋਟੀ ਪਕਾਈਏ ਕਿਸੇ ਦਿਹਾੜ ਦੇ ਉੱਤੇ, ਤੇ ਉਹ ਤੁਸੀਂ ਨਾਲ ਦੇ ਘਰਾਂ ਦੇ ਵਿੱਚ ਜ਼ਰੂਰ ਭੇਜ ਦਿਓ। ਫਿਰ ਇੱਕ ਹੋਰ ਰਿਵਾਜ ਸੀ ਕਿ ਤੁਸੀਂ ਕਿਸੇ ਦੇ ਘਰ ਕੋਈ ਚੀਜ਼ ਭੇਜੀਏ ਤੇ ਉਹ ਭਾਂਡਾ ਖਾਲੀ ਨਹੀਂ ਆਣਾ,
ਉਹਨੇ ਤੁਹਾਨੂੰ ਕੋਈ ਹੋਰ ਚੀਜ਼ ਭੇਜਣੀ ਹੈ ਇਨ ਰਿਟਰਨ ਤੁਹਾਡੇ ਭਾਂਡੇ ਦੇ ਵਿੱਚ ਹੀ। ਫਿਰ ਛੋਟਾ ਮੋਟਾ ਲੈਣ ਦੇਣ ਜਿਹੜਾ ਨਾ, ਖੰਡ ਮੁੱਕ ਗਈ ਹੈ, ਆਟਾ ਮੁੱਕ ਗਿਆ, ਚੌਲ ਮੁੱਕ ਗਏ ਨੇ, ਇਹ ਤੁਸੀਂ ਬੜੇ ਮਤਲਬ ਕਿ ਫਰੈਂਕਲੀ ਇੱਕ ਦੂਜੇ ਕੋਲੋਂ ਮੰਗ ਲੈਂਦੇ ਸੋ। ਉਹਦੇ ਵਾਸਤੇ ਵੀ ਲੋਕਾਂ ਨੇ ਆਪੇ ਹੀ ਇੱਕ ਸਿਸਟਮ ਬਣਾਇਆ ਹੋਇਆ ਸੀ ਕਿ ਇੱਕ ਭਾਂਡਾ ਇੱਕ ਛੰਨਾ ਹੈ ਕਿ ਇਹ ਨਾਲ ਦੇ ਘਰੋਂ ਕੋਈ ਆਟਾ ਮੰਗਣ ਗਿਆ ਤੇ ਉਹਨੇ ਛੰਨਾ ਭਰ ਕੇ ਆਟਾ ਦਿੱਤਾ ਹੈ, ਤਾਂ ਕਿ ਉਸ ਜਦੋਂ ਤੁਸੀਂ ਵਾਪਸ ਕਰਨਾ ਪਤਾ ਲੱਗੇ ਕਿ ਇਹਦੇ 'ਚ ਆਟਾ ਆਇਆ ਸੀ ਤੇ ਇੰਨਾ ਹੀ ਵਾਪਸ ਕਰਨਾ ਹੈ। ਇਹ ਇੱਕ ਮਿਊਚੁਅਲ ਅੰਡਰਸਟੈਂਡਿੰਗ ਸੀ ਲੋਕਾਂ ਦੀ ਆਪਸ 'ਚ ਕਿ ਕਿਸੇ ਨਾਲ ਧੋਖਾ ਨਹੀਂ ਕਰਨਾ, ਕੋਈ ਧਰੋ ਨਹੀਂ ਕਰਨਾ। ਦਿਹਾਰਾਂ ਤੋਂ ਇਲਾਵਾ ਵੀ ਅਗਰ ਕੋਈ ਚੀਜ਼ ਪੱਕਦੀ ਸੀ ਤੇ ਤੁਸੀਂ ਨਾਲ ਦੇ ਘਰ ਜ਼ਰੂਰ ਭੇਜਦੇ ਸੋ। ਪੂਰੇ ਮਹੱਲੇ 'ਚ ਮੈਨੂੰ ਨਹੀਂ ਯਾਦ ਕਿ ਕੋਈ ਭੁੱਖਾ ਸੌਂਦਾ ਹੋਏਗਾ, ਕਿਉਂਕਿ ਪੂਰੇ ਮਹੱਲੇ ਦਾ ਜਾਣੂ ਹੁੰਦਾ ਸੀ। ਮਹੱਲੇ ਦੇ ਬਾਹਰ ਜਿਹੜਾ ਸਬਜ਼ੀ ਵਾਲਾ ਹੈ ਨਾ, ਉਹ ਜਾਣੂ ਹੁੰਦਾ ਸੀ, ਉਹਨੂੰ ਪਤਾ ਹੁੰਦਾ ਸੀ ਕਿ ਅੱਜ ਫਲਾਣੇ ਘਰ ਕੀ ਪੱਕਾ ਹੋਇਆ ਹੈ, ਕਿਉਂਕਿ ਲੋਕੀ ਉਹਦੇ ਕੋਲ ਸਬਜ਼ੀ ਲੈ ਕੇ ਜਾਂਦੇ ਸੀ। ਤੇ ਕੋਈ ਖਾਸ ਪਾਤਰ ਉਸ ਵੇਲੇ ਦੇ ਜਿਹੜੇ ਤੁਸੀਂ ਵੇਖੇ ਹੋਣ, ਕੋਈ ਦੱਸਣਾ ਚਾਹੋ ਉਹਨਾਂ ਦੇ ਬਾਰੇ? ਲਾਹੌਰ ਦੇ ਵਿੱਚ ਕਈ ਰੰਗੋ ਰੰਗ ਦੇ ਕਰੈਕਟਰ ਵੀ ਨਜ਼ਰ ਆਉਂਦੇ ਸਨ। ਮੈਨੂੰ ਇੱਕ ਮੌਲਵੀ ਸਾਹਿਬ ਯਾਦ ਆ ਰਹੇ ਨੇ, ਮਸਜਿਦ ਦਾ ਨਾਂ ਤੇ ਨਹੀਂ ਮੈਂ ਲਾਂਗਾ, ਲੇਕਿਨ ਉਹ ਖਾਸ ਤੌਰ ਤੇ ਅਗਰ ਕੋਈ ਪੁਰਾਣੇ ਬੰਦੇ ਨੂੰ ਯਾਦ ਹੋਣ, ਅੱਜ ਕੱਲ੍ਹ ਵੀ ਹੈ, ਕੋਈ ਮੌਲਵੀ ਹੇਕਾਂ ਲਾ ਕੇ ਵਾਜ਼ ਕਰਦੇ ਨੇ। ਉਹ ਮੌਲਵੀ ਸਾਹਿਬ ਪਿੱਛੇ ਔਰਤਾਂ ਵੀ ਬੜਾ ਨਮਾਜ਼ ਪੜ੍ਹਦੀਆਂ ਸਨ, ਜੁਮਾ ਖਾਸ ਤੌਰ ਤੇ ਮੌਲਵੀ ਸਾਹਿਬ ਚੰਦਾ ਮੰਗਣ ਦੇ ਬੜੇ ਕਾਰੀਗਰ ਸਨ। ਉਹ ਹਰ ਜੁਮੇ ਨੂੰ ਉਹਨਾਂ ਨੇ ਸੈਂਕੜਾ ਰੁਪਏ ਉਸ ਜ਼ਮਾਨੇ 'ਚ ਜਮ੍ਹਾਂ ਕਰ ਲੈਣੇ, ਵੱਲ ਆਉਂਦਾ ਸੀ ਉਹਨਾਂ ਨੂੰ। ਥੋੜ੍ਹੀ ਜਿਹੀ ਗੱਲ ਉਹ ਮੈਨੂੰ ਜਿਹੜੀ ਯਾਦ ਆ ਰਹੀ ਉਹਨਾਂ ਦੀ, ਹੁਣ ਉਹ ਆਵਾਜ਼ ਕਰਦੇ ਕਰਦੇ, ਇਹ ਮੁਸਲਮਾਨੋ ਤੁਸੀਂ ਗੌਰ ਨਾਲ ਤੱਕੋ, ਇਹ ਸਜਦੇ ਕਰ ਕਰਕੇ ਨਮਾਜ਼ੀਆਂ ਦੇ ਮੱਥਿਆਂ ਨੂੰ ਰੋਬੜੇ ਪੈ ਗਏ ਨੇ। ਤੁਹਾਨੂੰ ਪਤਾ ਹੈ ਰੋਬੜੇ ਕਿਉਂ ਪੈ ਗਏ ਨੇ? ਇਹ ਇਸ ਵਾਸਤੇ ਪਏ ਨੇ ਕਿ ਸਫਾਂ ਪਾਟ ਗਈਆਂ, ਫਿਰ ਬੁੱਢੀਆਂ ਵਾਲੇ ਮੂੰਹ ਕਰਕੇ ਹੁਣ ਬੀਬੀਆਂ ਦੇਣਗੀਆਂ ਚੰਦਾ। ਹੋਰ ਮੈਂ ਜਿਹੜੀ 1.5 ਘੰਟੇ ਤੋਂ ਤੁਹਾਡੇ ਅੱਗੇ ਬਕਵਾਸ ਕਰ ਰਿਹਾ, ਇਹ ਮੈਂ ਕੋ ਆਪਣੇ ਪੱਲਿਓਂ ਕੁਛ ਨਹੀਂ ਕਹਿ ਰਿਹਾ। ਇਹ ਪਿਛਲੇ ਦਿਹਾੜੇ ਮੈਂ ਫੈਸਲਾਬਾਦ ਗਿਆ ਸਾਂ ਤੇ ਉੱਥੋਂ ਹਾਫਿਜ਼ ਸਾਹਿਬ ਦੀ ਵੱਡੀ ਕਿਤਾਬ ਲੈ ਕੇ ਆਇਆ ਸਾਂ। ਇਹ ਉਹਦੇ 'ਚੋਂ ਲਿਖਿਆ, ਉੱਥੇ ਕਿਤਾਬਾਂ ਫ੍ਰੀ ਨਹੀਂ ਮਿਲਦੀਆਂ, ਵੰਡਦੇ ਨਹੀਂ ਪਿਆ ਉਹ ਲੋਕੀ। 1200 ਰੁਪਏ ਦੀ ਕਿਤਾਬ ਆਈ ਏ, ਤੁਸੀਂ ਮੁਫਤ 'ਚ ਗੱਲਾਂ ਸੁਣੀ ਜਾ ਰਹੇ ਹੋ। ਹੁਣ ਬੀਬੀਆਂ ਦੇਣਗੀਆਂ ਚੰਦਾ। ਹਰ ਕਿਸਮ ਦੇ ਕਿਸੇ ਵੀ ਫੀਲਡ 'ਚ ਚਲੇ ਜਾਓ ਤੁਸੀਂ, ਤੁਹਾਨੂੰ ਬੜੇ ਬੜੇ ਨਵੇਕਲੇ ਤੇ ਅਜੀਬੋ ਗਰੀਬ ਜਿਹੇ ਲੋਕ ਲੱਭਣਗੇ ਲਾਹੌਰ 'ਚ। ਇੱਥੇ ਕੋਈ ਕਿਰਦਾਰ ਬੜੇ ਅਜਬ ਹੁੰਦੇ ਨੇ। ਹਾਂਜੀ, ਮਸਲਨ ਲਾਹੌਰ ਦੇ ਵਿੱਚ ਫਕੀਰ ਬੜੇ ਸਨ। ਹੁਣ ਫਕੀਰ ਇਸ ਤਰ੍ਹਾਂ ਨਹੀਂ ਸਨ ਜਿਸ ਤਰ੍ਹਾਂ ਅੱਜ ਕੱਲ੍ਹ ਮਜਜ਼ੂਬ ਜਾਂ ਮੰਗਣ ਮਜਜ਼ੂਬ ਵੀ ਤੇ ਮੰਗਣ ਵਾਲੇ ਵੀ। ਠੀਕ ਹੈ। ਮੰਗਣ ਵਾਲੇ ਜਿਹੜੇ ਨੇ ਇੱਥੇ ਟੋਲੀਆਂ 'ਚ ਮੰਗਦੇ ਸਨ ਲੋਕੀ, ਮਤਲਬ 3-4 ਬੰਦੇ, ਉਹ ਅਗਰ ਅੰਨੇ ਨੇ ਬਲਾਈਂਡ ਨੇ ਤੇ ਇੱਕ ਦੂਜੇ ਦੇ ਮੋਢੇ ਤੇ ਹੱਥ ਰੱਖਿਆ ਆ ਤੇ ਬਾਜ਼ਾਰਾਂ 'ਚ ਫਿਰ ਰਹੇ ਨੇ, ਤੇ ਸਾਰਿਆਂ ਤੋਂ ਅਗਲੇ ਨੇ ਉਹ ਕੋਈ ਉਹ ਕਾਸਾ ਜਿਹਾ ਫੜਿਆ ਆ ਤੇ ਉਹਦੇ 'ਚ ਕੋਈ ਪੈਸਾ ਪਾਈ ਜਾ ਰਹੇ ਨੇ। ਉਹ ਟੁਰੀ ਜਾ ਰਹੇ ਨੇ, ਰੁਕ ਕੇ ਕਿਸੇ ਦੁਕਾਨ ਨੂੰ ਜਾਂ ਕਿਸੇ ਬੰਦੇ ਨੂੰ ਇਨਸਿਸਟ ਨਹੀਂ ਕਰ ਰਹੇ ਕਿ ਦੇ ਸਾਨੂੰ। ਕਿਸੇ ਨੇ ਪਾਤਾ ਤੇ ਜੋ ਦੇ ਭਲਾ, ਜੋ ਨਾ ਦੇ ਉਹਦਾ ਵੀ ਭਲਾ। ਨਾਲੇ ਗਾਉਂਦੇ ਵੀ ਜਾਂਦੇ ਹਨ। ਗਾਣ ਦਾ ਬੜਾ ਰਿਵਾਜ ਸੀ ਫਕੀਰਾਂ 'ਚ। ਫਿਰ ਡਫਲੀ ਵਾਲੇ ਵੀ ਨਜ਼ਰ ਆਉਂਦੇ ਸਨ ਰੋਜ਼ਿਆਂ ਦੇ ਵਿੱਚ, ਡਫਲੀ ਗਾ ਕੇ ਮੰਗਣਾ ਉਹਨਾਂ ਨੇ। ਕਲਾਮ ਵੀ ਗਾਉਂਦੇ ਜਾਂਦੇ ਹਨ। ਕਲਾਮ ਵੀ ਇਹ ਦੋੜੇ ਬੜੇ ਪੜ੍ਹਦੇ ਸਨ ਲੋਕੀ। ਕਬੀਰ ਬਹੁਤ ਪੜ੍ਹਿਆ ਜਾਂਦਾ ਸੀ ਲਾਹੌਰ। ਬੁੱਲੇ ਸ਼ਾਹ ਵੀ ਬਹੁਤ। ਬੁੱਲੇ ਸ਼ਾਹ, ਕਬੀਰ, ਪੁਰਾਣੇ ਲੋਕਾਂ ਨੂੰ ਕਬੀਰ ਬੜਾ ਯਾਦ ਸੀ। ਉਹ ਢੋਲਕੀ ਵਾਲੇ ਵੀ, ਤੇ ਫਿਰ ਲੋਕ ਗੀਤ ਬਹੁਤ। ਉਹ ਇੱਕ ਪਾਤਰ ਆਈ ਜਿਹੜਾ ਸਾਈਕਲ ਤੇ ਚੜਿਆ ਤੇ ਫਿਰ ਲੱਥ ਨਹੀਂ ਸਕਿਆ, ਉਹਦੇ ਬਾਰੇ ਜ਼ਰਾ ਦੱਸੋ। ਇਹੋ ਜਿਹੇ ਤੇ ਬੜੇ ਕੋ ਮਜ਼ਾਹੀਆ ਕਰੈਕਟਰ ਜੀ ਲਾਹੌਰ 'ਚ, ਉਹਨਾਂ ਦੇ ਬਾਰੇ ਦੱਸੋ। ਉਹ ਮਿੰਟੋ ਪਾਰਕ ਅਸੀਂ ਮੁੰਡੇ ਮਹੱਲੇ ਦੇ ਕ੍ਰਿਕਟ ਖੇਡਣ ਗਏ, ਤੇ ਕ੍ਰਿਕਟ ਹੁੰਦੀ ਸੀ ਮੁਸਲਿਮ ਹੈਲਥ ਕਲੱਬ ਦੇ ਬਾਹਰ, ਮਾਰਨਿੰਗ ਕਲੱਬ ਦੀ ਗਰਾਊਂਡ ਸੀ ਉੱਥੇ। ਉਹ ਮਿੰਟੋ ਪਾਰਕ ਲੰਘ ਕੇ ਤੇ ਜਾਣਾ ਪੈਂਦਾ ਸੀ, ਤੇ ਸ਼ੁਰੂ ਦੇ ਵਿੱਚ ਉਹ ਹਾਕੀ ਤੇ ਫੁੱਟਬਾਲ ਦੀ ਗਰਾਊਂਡ ਸੀ। ਉੱਥੇ ਅਸੀਂ ਗਰਾਊਂਡ ਦੇ ਵਿੱਚ
ਉੱਥੋਂ ਲੰਘ ਰਹੇ ਹਾਂ ਤੇ ਅਸੀਂ ਇੱਕ ਦੇਖਿਆ ਇੱਕ ਮੌਲਵੀ ਸਾਈਕਲ ਤੇ ਬੈਠਾ ਹੋਇਆ ਤੇ ਗੋਲ ਦਾਇਰੇ ਦੇ ਵਿੱਚ ਗੋਲ ਗੋਲ ਸਾਈਕਲ ਚਲਾ ਰਿਹਾ ਗਰਾਊਂਡ 'ਚ। ਉਹ ਕੋਈ ਐਡੀ ਖਾਸ ਗੱਲ ਨਹੀਂ ਸੀ, ਅਸੀਂ ਉਹਨੂੰ ਵੇਖ ਕੇ ਤੇ ਲੰਘ ਗਏ ਆਪਣੀ ਕ੍ਰਿਕਟ ਖੇਡਣ। ਉਹ ਕੋਈ 2-3-4 ਘੰਟੇ ਬਾਅਦ ਜਦੋਂ ਵੀ ਅਸੀਂ ਵਾਪਸ ਆਏ ਤੇ ਉਸੇ ਰਸਤੇ ਵਾਪਸ ਆਉਣਾ ਸੀ ਤੇ ਦੇਖਿਆ ਕਿ ਉਹ ਬੰਦਾ ਸਾਈਕਲ ਚਲਾਈ ਜਾ ਰਿਹਾ। ਪਹਿਲੇ ਤੇ ਖਿਆਲ ਆਇਆ ਕਿ ਇੱਕ ਸੁਣੀਦਾ ਸੀ ਕਿ ਯਾਰ ਇੱਕ ਬੰਦੇ ਨੇ 72 ਘੰਟੇ ਸਾਈਕਲ ਚਲਾਈ, ਕਿ ਕੋਈ ਇਹੋ ਜਿਹਾ ਕੰਮ ਹੈ। ਉਹ ਬਾਅਦ 'ਚ ਪਤਾ ਲੱਗਾ ਕਿ ਜੀ ਕਿ ਇਹ ਬੰਦਾ ਸਾਈਕਲ ਤੇ ਚੜ੍ਹ ਤੇ ਗਿਆ, ਇਹਨੂੰ ਉਤਰਨਾ ਨਹੀਂ ਆਉਂਦਾ, ਲੱਥ ਹੀ ਨਹੀਂ ਸਕਿਆ ਸਰ। ਇਹੋ ਜਿਹੇ ਬੜੇ ਕਰੈਕਟਰ। ਇੱਕ ਛਾਲਮੀ ਅੱਛਾ, ਇੱਕ ਹੁੰਦਾ ਸੀ, ਉਹ ਵੀ ਸਾਈਕਲ ਦੇ ਨਾਲ ਜੁੜਿਆ। ਉਹ ਧੋਤੀ ਬੰਨੀ ਗਲੋਂ ਨੰਗਾ ਤੇ ਟਿੰਡ ਕੀਤੀ ਤੇ ਟਿੰਡ ਦੇ ਉੱਤੇ ਉਹਨੇ ਨਾ ਪਿਆਲਾ ਰੱਖਿਆ ਹੁੰਦਾ ਸੀ ਸਾਲਨ ਦਾ ਭਰਿਆ ਸ਼ੋਰੇ ਦਾ। ਅੱਛਾ। ਤੇ ਤੇਜ਼ ਤੇਜ਼ ਸਾਈਕਲ ਚਲਾਉਂਦਾ ਐਂ ਛਾਲਮੀ ਜਾਣਾ ਉਹਨੇ ਲਾਲ ਮਸੀਤ ਤੋਂ ਮੁੜ ਕੇ ਫਿਰ ਰੰਗਮਹਿਲ ਰਿਆਜ਼ ਬਿਲਡਿੰਗ ਤੋਂ, ਤੇ ਐਂ ਸੀਰੀਅਲ ਲਾਉਂਦੇ ਜਾਣਾ ਤੇ ਸਾਲਨ ਨਹੀਂ ਡਿੱਗ ਰਿਹਾ, ਉਹ ਕਰਤਬ ਦਾ ਆਉਂਦਾ ਸੀ। ਤੇ ਇਹੋ ਜਿਹੇ ਬੇਸ਼ੁਮਾਰ। ਇੱਕ ਹੋਰ ਤੁਹਾਨੂੰ ਦੱਸਾਂ, ਛਾਲਮੀ ਦੇ ਬਾਹਰ ਉੱਥੇ ਇੱਕ ਬਹਿੰਦਾ ਸੀ ਤਰਬੂਜ਼ਾਂ ਵਾਲਾ। ਸ਼ਰਤਾਂ ਲੋਕਾਂ ਦੀਆਂ ਆਪਸ 'ਚ ਬੜੀਆਂ ਲੱਗਦੀਆਂ ਸਨ ਸ਼ਰਾਰਤ ਕਰਨ ਤੇ। ਉਹ ਤਰਬੂਜ਼ਾਂ ਵਾਲਾ ਬਹਿੰਦਾ ਸੀ ਉੱਥੇ ਜ਼ਮੀਨ ਦੇ ਉੱਤੇ ਤਰਬੂਜ਼ ਲਾ ਕੇ, ਤੇ ਇੱਕ ਜੀਲਾ ਭਲਵਾਨ ਹੁੰਦਾ ਸੀ। ਉਹ ਚੀਜ਼ਾਂ ਚੁੱਕਣ ਦਾ, ਇੱਧਰੋਂ ਉੱਧਰੋਂ ਗਾਇਬ ਕਰਨ ਦਾ ਬੜਾ ਮਾਸਟਰ ਸੀ। ਰੇਹੜੀ ਤੋਂ ਐਂ ਸੇਬ ਚੁੱਕ ਲਿਆ, ਕੇਲਿਆਂ ਦਾ ਗੁੱਛਾ ਚੁੱਕ ਲਿਆ ਐਂ ਕਰਕੇ। ਤੇ ਉਹ ਆਫ ਹੋ ਰਹੀ ਗਏ ਸਨ। ਉਹਨੇ ਕਿਹਾ ਜੀਲੇ ਭਲਵਾਨ ਤੈਨੂੰ ਮੰਨੀਏ ਤੇ ਤਾਂ ਜੇ ਕੋਈ ਤਰਬੂਜ ਚੁੱਕ ਕੇ ਲਿਆਵੇਂ ਤੇ। ਕਹਿੰਦਾ ਕਿੰਨੇ ਪੈਸੇ ਦੇਗਾ? ਕਹਿੰਦਾ 1 ਰੁਪਈਆ। ਉਦੋਂ ਰੁਪਇਆ ਬੜਾ ਹੁੰਦਾ ਸੀ। ਲਓ ਜੀ, ਉਹਨੇ ਆਫੋ ਨਹੀਂ ਕਰਕੇ ਰੁਪਈਏ ਦਾ ਨੋਟ ਦਿਖਾਇਆ ਉਹਨੂੰ। ਤੇ ਜੀਲਾ ਭਲਵਾਨ ਕਹਿੰਦਾ ਹੁਣ ਸਾਹਮਣੇ ਖਲੋ ਜਾਓ। ਜੀਲੇ ਭਲਵਾਨ ਨੇ ਹੁਣ ਧੋਤੀ ਬੰਨੀ ਹੈ। ਉਹ ਜਾ ਕੇ ਤੇ ਤਰਬੂਜ਼ ਵਾਲੇ ਦੇ ਅੱਗੇ ਨਾ ਐਂ ਧੋਤੀ ਐਂ ਖਿਲਾਰ ਕੇ ਤੇ ਬਹਿ ਗਏ ਐਂ ਕਰਕੇ ਜ਼ਮੀਨ ਦੇ ਉੱਤੇ। ਤੇ ਰੇੜਦੇ ਨਾ ਉਹਨੇ ਆਪਣੇ ਦੋਵੇਂ ਪੱਟਾਂ ਦੇ ਵਿੱਚ ਤਰਬੂਜ਼ ਉਡਾਇਆ ਤੇ ਉਹ ਤੋਂ ਉੱਡ ਕੇ ਤੇ ਬਾਹਰ ਆ ਗਏ। ਇਹ ਬੜੇ ਅਜੀਬੋ ਗਰੀਬ ਲੋਕ ਸਨ ਇਹੋ ਜਿਹੇ। ਫਿਰ ਕੋਠੇ ਦੇ ਉੱਤੋਂ ਤੁਸੀਂ ਕਾਂਟੀ ਪਾਈਏ, ਸ਼ਰਾਰਤ ਅਸੀਂ ਕਰਨੀ ਕਿ ਬਾਜ਼ਾਰ ਦੇ ਵਿੱਚ ਇੱਕ ਬੰਦਾ ਜਾ ਰਿਹਾ, ਇੱਕ ਥੱਲੇ ਖਲੋ ਗਿਆ ਤੇ ਇੱਕ ਉੱਤੇ। ਉਹ ਡੋਰ ਦੇ ਨਾਲ ਉਹ ਚੂੰਡੀ ਬੰਨ੍ਹ ਕੇ, ਸੂਈ ਬੰਨ੍ਹ ਕੇ ਤੇ ਉਹ ਥੱਲੇ ਖਲੋਤਾ ਤੇ ਉਹਨੇ ਐਂ ਕਰਕੇ ਉਹਦੀ ਪੱਗ ਨਾਲ ਲਾਤੀ ਹੈ ਤੇ ਉਹ ਕੋਠੇ ਵਾਲੇ ਨੇ ਖਿੱਚ ਲਈ। ਤੂੰ ਇਸ ਤਰ੍ਹਾਂ ਦੇਖ ਰਿਹਾ। ਇਸ ਤਰ੍ਹਾਂ ਦੀਆਂ ਬੜੀਆਂ ਸ਼ਰਾਰਤਾਂ ਹੁੰਦੀਆਂ। ਇੱਕ ਬਾਬਾ ਸ਼ੇਰਾ ਹੁੰਦਾ ਸੀ ਸਾਡੀ ਗਲੀ 'ਚ। ਉਹ ਅਸੀਂ ਮੁੰਡਿਆਂ ਨੇ ਇੱਧਰ ਉੱਧਰ ਕਰਨਾ ਤੇ ਉਹਨੇ ਸਾਡੀ ਐਵੇਂ ਸ਼ਿਕਾਇਤ ਕਰ ਦੇਣੀ ਕਿ ਉਹ ਇਹ ਇਕੱਠੇ ਮੁੰਡੇ ਵਾਰਾਗਰਦ ਹੋ ਗਏ ਨੇ ਸਾਰੇ। ਤੇ ਹੁਣ ਸਾਰੇ ਨੇ ਕਿਹਾ ਕਿ ਯਾਰ ਬਾਬੇ ਸ਼ੇਰੇ ਦਾ ਕੁਛ ਕਰੀਏ। ਆਵਾਜ਼ ਨਹੀਂ ਆਉਂਦਾ। ਲੋ ਜੀ, ਉਹਦੀ ਬਾਬਾ ਸ਼ੇਰਾ ਕਰਦਾ ਸੀ ਇਹ ਪੁਰਾਣੇ ਕਬਾੜੀਆਂ ਦਾ ਕੰਮ। ਉਹਦੀ ਉਹ ਘਰ ਗਿਆ ਜੀਲੇ ਸ਼ਾਮ ਨੂੰ ਦੁਕਾਨ ਬੰਦ ਕਰਕੇ ਤੇ ਉਹਦੀ ਦੁਕਾਨ ਦਾ ਤਾਲਾ ਖੋਲ੍ਹਿਆ ਤੇ ਉਹਦੇ 2 ਕੁੱਤੇ, ਕੋਈ 3 ਕੁ ਬਿੱਲੀਆਂ ਤੇ ਇੱਕ ਖੋਤਾ ਇਸ ਤਰ੍ਹਾਂ ਕਰਕੇ ਨਾ ਕੁਛ ਕਰਕੇ ਤੇ ਉਹ ਦਰਵਾਜ਼ਾ ਬੰਦ ਕਰਤਾ, ਤਾਲਾ ਲਾਤਾ। ਉਹ ਸਵੇਰੇ ਬਾਬਾ ਸ਼ੇਰਾ ਆਇਆ, ਹੁਣ ਮੁੰਡੇ ਖਲੋਤੇ ਨਹੀਂ ਇੱਕ ਦੂਜੇ, ਇੱਕ ਉਹ ਨੁੱਕਰ ਸੀ, ਇੱਕ ਉਹ ਨੁੱਕਰ ਸੀ, ਤੇ ਕੁੱਤਾ ਲੰਘ ਰਿਹਾ ਇੱਧਰ, ਉਹ ਗਾਲਾਂ ਕੱਢ ਰਿਹਾ ਬਾਬਾ ਸ਼ੇਰਾ। ਇਹੋ ਜਿਹੇ ਬੜੇ ਮਜ਼ਾਕ ਹੁੰਦੇ ਸਨ। ਇਹ ਜਿਹੜੇ ਤੁਹਾਡੇ ਸਾਰੇ ਪਾਤਰ ਹਨ, ਇਹ ਅਸੀਂ ਤੁਹਾਡੀ ਕਹਾਣੀਆਂ ਵਿੱਚ ਵੀ ਵੇਖੇ ਜੀ ਤੇ ਜੀ। ਤੁਹਾਡੀਆਂ ਕਹਾਣੀਆਂ ਵਿੱਚ ਅੰਦਰੂਨ ਜਿਹੜਾ ਹੈ ਉਹ ਜਿਉਂਦਾ ਜਾਗਦਾ ਦਿਸਦਾ। ਤੇ ਆਪਣੀਆਂ ਕਹਾਣੀਆਂ ਬਾਰੇ ਵੀ ਦੱਸੋ ਕਿ ਤੁਸੀਂ ਇਸ ਪਾਸੇ ਕਿਸ ਤਰ੍ਹਾਂ ਆਏ। ਕੁਛ ਨਹੀਂ ਜੀ, ਬਸ ਐਵੇਂ ਹੀ ਤੁਹਾਡੇ ਜੇ ਯਾਰਾਂ ਸੱਜਣਾ ਦੇ ਨਾਲ ਗੱਲਾਂ ਕਰੀਦੀਆਂ ਸਨ ਤੇ ਗੱਲਾਂ ਤੇ ਹੈ ਹੀ ਲਾਹੌਰ ਦੀਆਂ। ਹੁਣ ਬੰਦਾ ਆਪਣੀਆਂ ਹੀ ਗੱਲਾਂ ਕਰਦਾ ਜਾਂ ਦੂਜੇ ਦੀ ਸੁਣਦਾ, ਜਿਹਦੀ ਸੁਣ ਰਿਹਾ ਹੁੰਦਾ ਉਹ ਵੀ ਆਪਣੀਆਂ ਕਰ ਰਿਹਾ ਹੁੰਦਾ। ਤੇ ਉਹ ਗੱਲਾਂ ਕਰਦੇ ਕਰਦੇ ਕਿਸੇ ਤਰੀਕੇ ਨਾਲ ਅਸੀਂ ਪਹੁੰਚ ਗਏ ਨਜਮ ਸਾਹਿਬ ਕੋਲ। ਨਜਮ ਸਾਹਿਬ ਇੱਕ ਪੰਜਾਬੀ ਦੇ ਲਿਖਾਰੀ ਨੇ, ਤੁਸੀਂ ਜਾਣਦੇ ਹੋ। ਉਹਨਾਂ ਦੀ ਸੰਗਤ 'ਚ ਪਹੁੰਚ ਗਏ ਤੇ ਨਜਮ ਸਾਹਿਬ ਨਾਲ ਜਿਸਲੇ ਕੋ ਵਾਕਫੀਅਤ ਵਧੀ ਤੇ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਕਿ ਖਾਨ ਸਾਹਿਬ ਲਿਖੋ, ਕੁਛ ਲਿਖਿਆ ਕਰੋ। ਤੇ ਉਹ ਇੱਕ ਦਿਨ ਮੈਂ ਦਫ਼ਤਰ ਬੈਠਾ ਹੋਇਆ ਸਾਂ ਆਪਣੇ, ਤੇ ਇੱਕ ਮੇਰੇ ਜ਼ਿਹਨ 'ਚ ਕਹਾਣੀ ਬਣੀ ਤੇ ਉਹ ਮੈਂ
10 ਮਿੰਟ ਦੇ ਵਿੱਚ ਲਿਖ ਦਿੱਤੀ, ਕਾਗਜ਼ ਦੇ ਕੁੱਕੜ। ਉਹ ਮੈਂ ਨਜਮ ਸਾਹਿਬ ਨੂੰ ਪੜ੍ਹਾਈ ਤੇ ਉਹਨਾਂ ਨੇ, ਬਹਰਹਾਲ ਨਜਮ ਸਾਹਿਬ ਸਾਰਿਆਂ ਦੀ ਤਾਰੀਫ ਕਰ ਦਿੰਦੇ ਨੇ, ਹੱਲਾਸ਼ੇਰੀ ਦਿੰਦੇ ਨੇ ਕਿ ਅੱਗੇ ਵੀ ਲਿਖੋ। ਉਹਨਾਂ ਨੇ ਮਤਲਬ ਹੱਲਾਸ਼ੇਰੀ ਦਿੱਤੀ ਕਿ ਬਹੁਤ ਅੱਛੇ ਖਾਨ ਸਾਹਿਬ। ਉਹ ਅਸੀਂ ਉਹ ਤਾਰੀਫ ਨੂੰ ਸੱਚੀ ਮੁੱਚੀ ਸਮਝ ਲਿਆ। ਨਹੀਂ ਤੁਹਾਡੀ ਕਹਾਣੀ ਬਹੁਤ ਆਲਾ ਤੇ ਕਹਾਣੀ। ਉਹ ਫਿਰ ਉਹ ਮੈਂ ਸਾਕਬ ਸਾਹਿਬ ਨੂੰ ਦਿੱਤੀ। ਸਾਕਬ ਸਾਹਿਬ ਦੀ ਮਿਹਰਬਾਨੀ, ਉਹਨਾਂ ਨੇ ਆਪਣੇ ਅਗਲੇ ਪਰਚੇ ਛਾਪ ਦਿੱਤੀ ਕਹਾਣੀ। ਉਹ ਕਹਾਣੀ ਫਿਰ ਕੁਛ ਜਿਸਲੇ 2-4 ਲੋਕਾਂ ਨੇ ਪੜ੍ਹੀ ਤੇ ਕੋਈ ਗੱਲਬਾਤ ਹੋਈ ਕਿ ਠੀਕ ਹੈ, ਸਾਕਬ ਸਾਹਿਬ ਨੇ ਬੜੀ ਹੱਲਾਸ਼ੇਰੀ ਦਿੱਤੀ। ਫਿਰ ਸਾਕਬ ਸਾਹਿਬ ਨਾਲ ਡਿਸਕਸ ਹੋਇਆ ਕਿ ਸਾਕਬ ਸਾਹਿਬ ਕਹਿੰਦੇ ਨੇ ਕਿ ਆਪਣੀਆਂ ਯਾਦਾਸ਼ਤਾਂ ਲਿਖੋ। ਉਹ ਫਿਰ ਇੱਕ ਟਾਈਟਲ ਬਣਾਇਆ, ਇੱਕ ਦਿਨ ਤੈਨੂੰ ਸੁਪਨਾ ਥੀਸਨ, ਗਲੀਆਂ ਬਾਬਲ ਵਾਲੀਆਂ। ਬੜਾ ਆਲਾ ਕੰਮ ਹੈ ਤੁਹਾਡਾ, ਤੁਸੀਂ ਇਹਨੂੰ ਜ਼ਰੂਰ ਜਾਰੀ ਰੱਖਣਾ। ਉਹ ਫਿਰ ਉਹਦੇ ਟਾਈਟਲ ਦੇ ਤਹਿਤ ਕਈ ਕਹਾਣੀਆਂ ਲਿਖੀਆਂ, ਲੇਕਿਨ ਉਹ ਆਪਣੀਆਂ ਹੀ ਸਨ। ਉਹ ਸਾਕਬ ਸਾਹਿਬ ਨੇ ਵੀ ਤੇ ਨਜਮ ਸਾਹਿਬ ਨੇ ਵੀ ਇੱਕ ਗੱਲ ਸਮਝਾਈ ਕਿ ਕੋਈ ਝੂਠ ਨਾ ਲਿਖਣਾ, ਜਿਵੇਂ ਦੇਖਿਆ ਨਾ ਉਂਝ ਲਿਖ ਦਿਓ, ਤੇ ਕੋਈ ਉਹਨੂੰ ਕੰਕਲੂਡ ਕਰਨ ਦੀ ਵੀ ਕੋਸ਼ਿਸ਼ ਨਾ ਕਰਨਾ ਕਿ ਜਿਵੇਂ ਕੋਈ ਮੋਰਲ ਕਰੈਕਟਰ ਬਣਾਈ ਦਾ ਕਹਾਣੀ ਦਾ। ਕਮਾਲ ਦੀ ਗੱਲ ਕਹਿੰਦੇ ਬਸ ਉਂਝ ਹੀ ਲਿਖ ਦਿਓ, ਉਹੀ ਠੀਕ ਹੈਗਾ, ਉਹੀ ਸੱਚ ਹੈ। ਤੇ ਮੈਂ ਉਂਝ ਹੀ ਕੋਸ਼ਿਸ਼ ਕੀਤੀ ਹੈ। ਮੈਂ ਕੋਵਿਡ ਦੇ ਵਿੱਚ ਕੁਝ ਥੋੜਾ ਜਿਹਾ ਡੱਕਾ ਲੱਗਾ, ਕੋ ਦਿਮਾਗ ਮਤਲਬ ਲੋਕਾਂ ਦੇ ਪਤਾ ਨਹੀਂ ਜਿਸਮ 'ਚ ਵੜਿਆ, ਮੇਰੇ ਦਿਮਾਗ 'ਚ ਹੀ ਵੜ ਗਿਆ ਸੀ। ਨਹੀਂ, ਉਹ ਬੜਾ ਖੌਫਨਾਕ ਕਿਸਮ ਦਾ ਹੀ ਰਿਹਾ ਸਾਰਾ। ਤੇ ਕਹਾਣੀਆਂ ਦੀ ਗੱਲ ਤੇ ਹੋ ਗਈ, ਤੇ ਇਹ ਵੀ ਦੱਸੋ ਕਿ ਅੰਦਰੂਨ ਦੇ ਵਿੱਚ ਲੋਕ ਬੋਲੀ ਕਿਹੜੀ ਬੋਲਦੇ ਹਨ? ਪੰਜਾਬੀ ਜੀ, ਉੱਥੇ ਪੰਜਾਬੀ ਬੋਲਦੇ ਨੇ। ਅੱਜ ਕੱਲ ਅਗਰ ਤੁਸੀਂ ਦੇਖੋ ਤੇ ਜਿਹੜੇ ਲਾਹੌਰ ਦੇ ਵਿੱਚ ਮਾਰਕੀਟਾਂ ਨੇ, ਉੱਥੋਂ ਦੇ ਮਾਲਕ ਔਰ ਜਿਹੜੇ ਉੱਥੇ ਕੰਮ ਕਰਨ ਵਾਲੇ ਨੇ, ਉਹ ਕੋਈ 30-40% ਤੇ ਹੁਣ ਪਠਾਨ ਨੇ ਜਿਨ੍ਹਾਂ ਦੀ ਪੰਜਾਬੀ ਬੋਲੀ ਨਹੀਂ, ਲੇਕਿਨ ਉਹ ਸਾਰੇ ਪੰਜਾਬੀ ਸਿੱਖ ਗਏ ਨੇ। ਉਹ ਪਸ਼ਤੋ ਨਹੀਂ ਬੋਲਦਾ ਲਾਹੌਰ ਦਾ ਪਠਾਨ, ਹੁਣ ਆਪਸ 'ਚ ਬੋਲਦੇ ਹੋਣਗੇ, ਲੇਕਿਨ ਆਮ ਬਿਜ਼ਨਸ ਜ਼ਬਾਨ ਉਹਨਾਂ ਦੀ ਜਾਂ ਇੰਟਰੈਕਸ਼ਨ ਵਾਲੀ ਜ਼ਬਾਨ ਜਿਹੜੀ ਨਾ ਦੂਜੇ ਲੋਕਾਂ ਨਾਲ, ਉਹ ਪੰਜਾਬੀ ਹੈ। ਔਰ ਉਹ ਐਸਾ ਮਤਲਬ ਉਹਨਾਂ ਨੂੰ ਐਕਸੈਂਟ ਬਣ ਗਿਆ, ਉਹਨਾਂ ਦਾ ਤਲਫਜ਼ ਬਿਲਕੁਲ ਠੀਕ ਹੋ ਗਏ ਨੇ ਉਹ ਇੰਟਰੈਕਸ਼ਨ ਦੀ ਵਜ੍ਹਾ ਨਾਲ। ਤੇ ਲਾਹੌਰ ਤੇ ਬੋਲੀ ਪੰਜਾਬੀ ਜਾਂਦੀ ਹੈ ਜੀ। ਤੇ ਅਕਸਰ ਲੋਕੀ ਕਹਿੰਦੇ ਨੇ ਯਾਰ ਮੈਂ ਉਰਦੂ ਬੋਲਣਾ, ਮੇਰਾ ਮੂੰਹ ਥੱਕ ਜਾਂਦਾ। ਲੇਕਿਨ ਉਂਝ ਲਾਹੌਰ ਉਰਦੂ ਦੀ ਮਾਰ ਵਿੱਚ ਤੇ ਹੈ ਹੀ, ਤੁਹਾਨੂੰ ਪਤਾ ਹੀ ਹੈ। ਉਹ ਮਾਰ ਮੂਰ ਤੇ ਹੈ ਜੀ, ਇਹ ਕੋਈ ਫਿਰ ਵੱਡੇ ਲੋਕ ਕਰਦੇ ਹੋਣਗੇ, ਇਦਾਰੇ ਕਰਦੇ ਹੋਣਗੇ, ਉਹ ਆਪਣੀਆਂ ਮਾਰਾਂ ਕਰਦੇ ਰਹਿਣ। ਗੱਲ ਤੇ ਆਮ ਲੋਕਾਂ ਤੇ ਮੁੱਕਣੀ ਹੈ ਨਾ, ਕਿ ਲੋਕੀ ਕਿਵੇਂ ਵੇਖਦੇ ਨੇ। ਬਹੁਤ ਸ਼ੁਕਰੀਆ ਨਿਸਾਰ ਸਾਹਿਬ।